हेलो एवरीवन वेलकम टू मेहनती बच्चे दिस इज साक्षी अग्रवाल। सो आज इस वीडियो ਦੇ ਵਿੱਚ ਆਪਾਂ ਕੈਮਿਸਟਰੀ ਦੇ ਕੁਝ ਹੋਰ ਟੌਪਿਕਸ ਡਿਸਕਸ ਕਰਨ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾ ਆਪਣੇ ਕੋਲ ਟੌਪਿਕ ਹੈ ਇੰਟਰੋਡਕਸ਼ਨ ਟੂ ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ। ਸੋ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਦੇਖਾਂਗੇ ਕਿ ਕੈਮੀਕਲ ਚੇਂਜ ਕੀ ਹੁੰਦਾ ਹੈ। ਦੇਖੋ ਆਪਾਂ ਪਿਛਲੇ ਲੈਕਚਰ ਦੇ ਵਿੱਚ ਵੀ ਡਿਸਕਸ ਕੀਤਾ ਸੀ ਕੈਮੀਕਲ ਤੇ ਫਿਜ਼ੀਕਲ ਚੇਂਜ ਦੇ ਬਾਰੇ। ਉਹਦੇ ਵਿੱਚ ਵੀ ਆਪਾਂ ਨੇ ਕੈਮੀਕਲ ਚੇਂਜ 'ਚ ਇਹੀ ਗੱਲ ਡਿਸਕਸ ਕੀਤੀ ਸੀ ਕਿ ਕੈਮੀਕਲ ਚੇਂਜ ਜਦੋਂ ਹੁੰਦਾ ਤਾਂ ਇੱਕ ਨਿਊ ਸਬਸਟੈਂਸ ਦੀ ਫਾਰਮੇਸ਼ਨ ਹੁੰਦੀ ਹੈ। देखो कोई भी सबसटेंस अगर कैमिकल चेंज हुंदा है तां की हुंदा ओदी जिहड़ी कैमिकल प्रॉपर्टीज ने ओह की हुंदियां ने चेंज हुंदियां ने। ठीक है, या तो एटॉमिक बॉन्ड्स बनते ने या फिर ब्रेक हुंदे ने। ओके, जिहड़े कैमिकल चेंज हुंदे ओह परमानेंट हुंदे नेचर दे विच। कैमिकल चेंज दे नाल जिहड़ी ओरिजिनल कंपोजिशन हुंदी है सबसटेंस दी ओह चेंज हुंदी है ते कुछ न्यू सबसटेंसेस हैं जिहड़े ओह फॉर्म हुंदे ने। ओके, एक होर चीज ਜਦੋਂ ਕੈਮੀਕਲ ਚੇਂਜ ਹੁੰਦਾ ਹੈ ਉਦੋਂ ਕੁਝ ਫਾਰਮਸ ਆਫ એનર્ਜੀ ਲਾਈਕ ਹੀਟ ਲਾਈਟ ਇਲੈਕਟ੍ਰਿਸਿਟੀ ਜਿਹੜੀ ਹੈ ਜਾਂ ਤਾਂ ਐਮਿਟ ਹੋ ਸਕਦੀ ਹੈ ਜਾਂ ਫਿਰ ਉਹ ਐਬਜ਼ੌਰਬ ਹੋ ਸਕਦੀ ਹੈ। ਸੋ ਕੈਮੀਕਲ ਚੇਂਜ ਦੇ ਵਿੱਚ ਇਹ ਚੀਜ਼ ਵੀ ਹੁੰਦੀ ਹੈ। ਉਹ ਤੋਂ ਬਾਅਦ ਜਿਹੜਾ ਕੈਮੀਕਲ ਚੇਂਜ ਹੁੰਦਾ ਉਹ ਇਰਰਿਵਰਸੀਬਲ ਹੁੰਦਾ ਹੈ, ਮਤਲਬ ਜਦੋਂ ਇੱਕ ਵਾਰ ਚੇਂਜ ਹੋ ਗਿਆ ਆਪਾਂ ਉਹਨੂੰ ਦੁਬਾਰਾ ਤੋਂ ਉਵੇਂ ਠੀਕ ਨਹੀਂ ਕਰ ਸਕਦੇ। ਤੁਸੀਂ ਪੇਪਰ ਹੈ, ਪੇਪਰ ਨੂੰ ਜਲਾਤਾ ਤਾਂ ਜਲੇ ਪੇਪਰ ਚੋਂ ਵਾਪਿਸ ਉਹ ਪੇਪਰ ਤਾਂ ਨਹੀਂ ਕੱਢ ਸਕਦੇ ਨਾ। ਓਕੇ, ਸੋ ਯਾਨੀ ਕਿ ਜਿਹੜਾ ਕੈਮੀਕਲ ਚੇਂਜ ਹੈ ਉਹਨੂੰ ਆਪਾਂ ਰਿਵਰਸ ਨਹੀਂ ਕਰ ਸਕਦੇ ਫਿਜ਼ੀਕਲ ਮੀਨਸ ਦੇ ਨਾਲ। ਓਕੇ, ਸੋ ਇਹ ਸਾਰੀ ਪ੍ਰੋਪਰਟੀਜ਼ ਯਾਦ ਰੱਖਿਓ, ਇੰਪੋਰਟੈਂਟ ਹੈ, ਪੇਪਰ 'ਚ ਕਈ ਵਾਰ ਕੁਐਸਚਨਸ ਆ ਚੁੱਕੇ। ਉਹ ਤੋਂ ਬਾਅਦ ਨੈਕਸਟ ਹੈ ਫਿਜ਼ੀਕਲ ਚੇਂਜ। ਸੋ ਕੋਈ ਵੀ ਸਬਸਟੈਂਸ ਨੂੰ ਆਪਾਂ ਕਹਾਂਗੇ ਕਿ ਫਿਜ਼ੀਕਲ ਚੇਂਜ ਕਦੋਂ ਹੋਇਆ ਅਗਰ ਉਹਦੀ ਫਿਜ਼ੀਕਲ ਪ੍ਰੋਪਰਟੀਜ਼ ਲਾਈਕ ਸ਼ੇਪ, ਸਾਈਜ਼, ਕਲਰ, ਸਟੇਟ, ਅਪੀਅਰੈਂਸ ਦੇ ਵਿੱਚ ਫਰਕ ਪੈ ਰਿਹਾ ਹੈ। ਠੀਕ ਹੈ, ਬਟ ਉਹਦੀ ਜਿਹੜੀ ਕੈਮੀਕਲ ਕੰਪੋਜੀਸ਼ਨ ਹੈ ਸਬਸਟੈਂਸ ਦੀ ਉਹ ਸੇਮ ਰਹਿ ਰਹੀ ਹੈ। ਫਿਜ਼ੀਕਲ ਚੇਂਜ ਜਿਹੜੇ ਨੇ ਉਹ ਟੈਂਪਰੇਰੀ ਹੁੰਦੇ ਆ ਨੇਚਰ ਦੇ ਵਿੱਚ। ਠੀਕ ਹੈ, ਇਹਦੇ ਨਾਲ ਇੰਟਰਨਲ ਸਟਰਕਚਰ ਹੈ ਜਿਹੜਾ ਸਬਸਟੈਂਸ ਦਾ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਓਕੇ, ਜਸਟ ਮੋਲੀਕਿਊਲਸ ਰੀਅਰੇਂਜ ਹੁੰਦੇ ਨੇ, ਇਹਦੇ ਵਿੱਚ ਕੋਈ ਵੀ ਨਿਊ ਸਬਸਟੈਂਸਸ ਦੀ ਫਾਰਮੇਸ਼ਨ ਨਹੀਂ ਹੁੰਦੀ ਤੇ ਮੋਸਟ ਆਫ ਦਾ ਜਿਹੜੇ ਫਿਜ਼ੀਕਲ ਚੇਂਜਸ ਨੇ ਉਹ ਰਿਵਰਸੀਬਲ ਨੇ, ਮਤਲਬ ਆਪਾਂ ਨੂੰ ਦੁਬਾਰਾ ਤੋਂ ਉਹੀ ਸਬਸਟੈਂਸ ਵਾਪਸ ਮਿਲ ਸਕਦਾ ਚੇਂਜ ਤੋਂ ਬਾਅਦ। ਓਕੇ ਜੀ, ਉਹ ਤੋਂ ਬਾਅਦ ਨੈਕਸਟ ਦੇਖੋ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਕਿ ਕੈਮੀਕਲ ਰਿਐਕਸ਼ਨ ਹੋਇਆ। ਸੋ ਕੈਮੀਕਲ ਰਿਐਕਸ਼ਨ ਹੋਣ ਦੇ ਲਈ ਕੁਝ ਕੈਰੈਕਟਰਿਸਟਿਕਸ ਨੇ, ਪੇਪਰ 'ਚ ਇਹਦੇ ਉੱਪਰ ਵੀ ਕੁਐਸਚਨ ਆਇਆ ਹੋਇਆ ਹੈ। ਦੇਖਣ 'ਚ ਲੱਗਦਾ ਵੀ ਇਹ ਕੀ ਹੈ, ਕੁਝ ਵੀ ਨਹੀਂ, ਈਜ਼ੀ ਜਿਹਾ ਟੌਪਿਕ ਹੈ ਬਟ ਕੁਐਸਚਨਸ ਆਉਂਦੇ ਨੇ। ਓਕੇ, ਸੋ ਦੇਖੋ ਆਪਾਂ ਕਦੋਂ ਕਵਾਂਗੇ ਕਿ ਕੈਮੀਕਲ ਰਿਐਕਸ਼ਨ ਹੋਇਆ, ਉਹਦੇ ਕੁਝ ਆਪਾਂ ਨੂੰ ਜਿਵੇਂ ਅਗਰ ਕੋਈ ਬੰਦਾ ਬਿਮਾਰ ਹੈ ਉਹਨੂੰ ਕੋਈ ਬਿਮਾਰੀ ਹੈ ਤਾਂ ਉਹਦੇ ਕੁਝ ਸਿੰਪਟਮਸ ਹੁੰਦੇ ਆ ਨਾ, ਉਵੇਂ ਹੀ ਕੈਮੀਕਲ ਰਿਐਕਸ਼ਨ ਹੋਇਆ ਉਹਦੇ ਵੀ ਕੁਝ ਕੈਰੈਕਟਰਿਸਟਿਕਸ ਨੇ। ਕਿਹੜੇ ਕਿਹੜੇ? ਜਿਵੇਂ ਗੈਸ ਇਵੋਲਵ ਹੁੰਦੀ ਹੈ, ਟੈਂਪਰੇਚਰ 'ਚ ਚੇਂਜ ਆਉਂਦਾ ਹੈ, ਪ੍ਰੈਸੀਪੀਟੇਸ਼ਨ ਦੀ ਫਾਰਮੇਸ਼ਨ ਹੁੰਦੀ ਹੈ, ਕਲਰ 'ਚ ਫਰਕ ਆਉਂਦਾ ਹੈ ਜਾਂ ਫਿਰ ਸਟੇਟ ਚੇਂਜ ਹੁੰਦੀ ਹੈ। ਓਕੇ, ਉਹ ਤੋਂ ਬਾਅਦ ਨੈਕਸਟ ਹੁਣ ਕੈਮੀਕਲ ਰਿਐਕਸ਼ਨ ਆਪਾਂ ਬੋਲ ਰਹੇ ਹਾਂ ਉਦੋਂ ਦਾ। ਇਹ ਕੈਮੀਕਲ ਰਿਐਕਸ਼ਨ ਹੁੰਦਾ ਕੀ ਹੈ? ਕੈਮੀਕਲ ਰਿਐਕਸ਼ਨ ਬੇਸਿਕਲੀ ਕੈਮੀਕਲ ਚੇਂਜਸ ਹੈ ਜਿਹਦੇ ਵਿੱਚ ਜਿਹੜੇ ਰਿਐਕਟੈਂਟਸ ਹੈ ਉਹ ਬਦਲਦੇ ਨੇ ਪ੍ਰੋਡਕਟਸ ਦੇ ਵਿੱਚ। ਠੀਕ ਹੈ, ਕਿਵੇਂ ਬਦਲਦੇ ਨੇ? ਉਹਨਾਂ ਦੇ ਵਿੱਚ ਜਾਂ ਤਾਂ ਬੌਂਡਸ ਬਣਦੇ ਨੇ ਜਾਂ ਫਿਰ ਟੁੱਟਦੇ ਨੇ। ਜਿਹੜੇ ਇਧਰਲੀ ਸਾਈਡ ਲੈਫਟ ਹੈਂਡ ਸਾਈਡ ਤੇ ਹੁੰਦੇ ਆਪਣੇ ਕੋਲ ਇਕੁਏਸ਼ਨ ਦੇ ਵਿੱਚ ਉਹਨਾਂ ਨੂੰ ਆਪਾਂ ਬੋਲਦੇ ਹਾਂ ਰਿਐਕਟੈਂਟਸ। ਠੀਕ ਹੈ, ਤੇ ਜਿਹੜੇ ਆਪਣੇ ਕੋਲ ਨਿਊ ਸਬਸਟੈਂਸ ਦੀ ਫਾਰਮੇਸ਼ਨ ਹੁੰਦੀ ਹੈ ਉਹਨਾਂ ਨੂੰ ਆਪਾਂ ਬੋਲਦੇ ਹਾਂ ਪ੍ਰੋਡਕਟ। ਓਕੇ, ਉਹ ਤੋਂ ਬਾਅਦ ਹੁਣ ਨੈਕਸਟ ਇਹ ਸਮਝ ਆ ਗਿਆ ਤੁਹਾਨੂੰ। ਨੈਕਸਟ ਦੇਖੋ ਟਾਈਪਸ ਆਫ ਕੈਮੀਕਲ ਰਿਐਕਸ਼ਨ। ਹੁਣ ਕੈਮੀਕਲ ਰਿਐਕਸ਼ਨ ਕਿਹੜੇ ਕਿਹੜੇ ਟਾਈਪ ਦੇ ਹੁੰਦੇ ਆ? ਠੀਕ ਹੈ, ਹੁਣ ਦੇਖੋ ਜਿਹੜਾ ਬੇਸਿਸ ਹੈ ਕਿ ਡਿਫਰੈਂਟ ਟਾਈਪ ਦੇ ਰਿਐਕਸ਼ਨ ਹੁੰਦੇ ਆ ਉਹ ਕੀ ਹੈ ਕਿ ਪ੍ਰੋਡਕਟ कैसा फॉर्म हो रहा है, चेंजेस कैसे आ रहे हैं ਤੇ ਕਿਹੜੇ ਰਿਐਕਟੈਂਟਸ ਇਨਵੋਲਵ ਨੇ। ਸੋ ਆਪਣੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਕੈਮੀਕਲ ਰਿਐਕਸ਼ਨ ਹੁੰਦੇ ਆ। ਸਭ ਤੋਂ ਪਹਿਲਾਂ ਕੰਬਕਸ਼ਨ ਰਿਐਕਸ਼ਨ, ਦੈਨ ਡੀਕੰਪੋਜੀਸ਼ਨ ਰਿਐਕਸ਼ਨ, ਦੈਨ ਨਿਊਟਰਲਾਈਜੇਸ਼ਨ ਰਿਐਕਸ਼ਨ, ਦੈਨ ਰਿਡੌਕਸ ਰਿਐਕਸ਼ਨ, ਦੈਨ ਪ੍ਰੈਸਿਪੀਟੇਸ਼ਨ ਜਾਂ ਡਬਲ ਡਿਸਪਲੇਸਮੈਂਟ ਰਿਐਕਸ਼ਨ। ਓਕੇ, ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੰਬਕਸ਼ਨ ਰਿਐਕਸ਼ਨ ਦੇ ਵਿੱਚ। ਸੋ ਕੰਬਕਸ਼ਨ ਰਿਐਕਸ਼ਨ ਦੇ ਵਿੱਚ ਕੀ ਹੁੰਦਾ ਹੈ? ਆਪਣੇ ਕੋਲ ਦੋ ਚੀਜ਼ਾਂ ਮਿਲ ਕੇ ਕੰਬਾਈਨ ਹੁੰਦੀਆਂ ਨੇ। ਠੀਕ ਹੈ, ਸੋ ਉਹਨੂੰ ਆਪਾਂ ਬੋਲਦੇ ਹਾਂ ਕੰਬਕਸ਼ਨ ਰਿਐਕਸ਼ਨ। ਅ ਕੰਬਕਸ਼ਨ ਰਿਐਕਸ਼ਨ ਇਜ਼ ਅ ਰਿਐਕਸ਼ਨ with a combustible material with an oxidizer to give an oxidized product। ਇਹਦੇ ਵਿੱਚ ਬੇਸਿਕਲੀ ਕੋਈ ਐਸਾ ਮਟੀਰੀਅਲ ਹੁੰਦਾ ਹੈ ਜਿਹੜਾ ਕਿ ਆਕਸੀਜਨ ਨਾਲ ਮਿਲ ਕੇ ਇੱਕ ਆਕਸੀਡਾਈਜ਼ਰ ਪ੍ਰੋਡਕਟ ਦੀ ਫਾਰਮੇਸ਼ਨ ਕਰਦਾ ਹੈ। ਓਕੇ, ਜਿਹੜਾ ਆਕਸੀਡਾਈਜ਼ਰ ਹੁੰਦਾ ਉਹ ਕੈਮੀਕਲ ਇੱਕ ਫਿਊਲ ਹੁੰਦਾ ਜਿਹੜਾ ਕਿ ਆਪਾਂ ਨੂੰ ਬਰਨ ਕਰਨ ਦੇ ਲਈ ਚਾਹੀਦਾ ਹੁੰਦਾ। ਜਨਰਲੀ ਇਹਨੂੰ ਆਪਾਂ ਆਕਸੀਜਨ ਦੀ ਤਰ੍ਹਾਂ ਹੀ ਆਕਸੀਜਨ ਹੀ ਇਹਦੇ ਵਿੱਚ ਯੂਜ਼ ਕਰਦੇ ਹਾਂ। ਸੋ ਇਹਦੇ ਵਿੱਚ ਤੁਸੀਂ ਇਹ ਵੀ ਯਾਦ ਰੱਖ ਸਕਦੇ ਹੋ ਤੇ ਇਹ ਵੀ ਯਾਦ ਰੱਖਿਓ ਕਿ ਦੋ ਰਿਐਕਟੈਂਟਸ ਕੰਬਾਈਨ ਹੁੰਦੇ ਆ ਇੱਕ ਪ੍ਰੋਡਕਟ ਨੂੰ ਫਾਰਮ ਕਰਨ ਦੇ ਲਈ, ਉਹਨੂੰ ਵੀ ਆਪਾਂ ਕੰਬਕਸ਼ਨ ਰਿਐਕਸ਼ਨ ਬੋਲਦੇ ਹਾਂ। ਠੀਕ ਹੈ, ਹੁਣ ਜਿਵੇਂ ਇੱਥੇ ਇਕੁਏਸ਼ਨ ਹੈ ਇਹਦੇ ਵਿੱਚ ਦੋ ਮੈਗਨੀਸ਼ੀਅਮ ਦੇ ਐਟਮ ਰਿਐਕਟ ਕਰ ਰਹੇ ਨੇ ਆਕਸੀਜਨ ਦੇ ਮੋਲੀਕਿਊਲ ਦੇ ਨਾਲ ਤਾਂ ਕਿ ਮੈਗਨੀਸ਼ੀਅਮ ਆਕਸਾਈਡ ਦੀ ਫਾਰਮੇਸ਼ਨ ਹੋਵੇ ਤੇ ਇਹਦੇ ਵਿੱਚ ਹੀਟ ਇਵੋਲਵ ਹੋਈ ਹੈ। ਉਹ ਤੋਂ ਬਾਅਦ
ਨੈਕਸਟ ਹੈ ਡੀਕੰਪੋਜੀਸ਼ਨ ਰਿਐਕਸ਼ਨ। ਹੁਣ ਡੀਕੰਪੋਜੀਸ਼ਨ ਰਿਐਕਸ਼ਨ ਚ ਕੀ ਹੁੰਦਾ, ਜਿਵੇਂ ਆਪਣੇ ਕੋਲ AB ਹੈ, AB ਡੀਕੰਪੋਜ਼ ਹੋ ਜਾਊਗਾ A plus B ਦੇ ਵਿੱਚ। ਸੋ ਡੀਕੰਪੋਜੀਸ਼ਨ ਰਿਐਕਸ਼ਨ ਇਜ਼ ਅ ਰਿਐਕਸ਼ਨ ਇਨ ਵਿਚ ਸਿੰਗਲ ਕੰਪੋਨੈਂਟ break down into multiple products. Certain changes in energy in the environment have to be take place like heat, electricity ਜਾਂ ਫਿਰ light ਜਿਹੜੀ ਹੈ ਇਹਦੇ ਵਿੱਚ ਚੇਂजेस ਆਉਂਦੇ ਆ, ਮਤਲਬ એનર્ਜੀ ਦੇ ਵਿੱਚ ਚੇਂਜ ਹੁੰਦਾ ਹੈ। ਠੀਕ ਹੈ, ਹੁਣ ਜਿਵੇਂ ਐਗਜ਼ਾਮਪਲ ਦਿਖਾਈ ਹੋਈ ਹੈ, ਇਹਦੇ ਵਿੱਚ ਕੀ ਹੈ ਕਿ ਕੈਲਸ਼ੀਅਮ ਕਾਰਬੋਨੇਟ ਦਾ ਡੀਕੰਪੋਜੀਸ਼ਨ ਹੋ ਰਿਹਾ ਤਾਂ ਉਹਦੇ ਨਾਲ ਕੁਇਕਲਾਈਮ CaO ਨੂੰ ਕੁਇਕਲਾਈਮ ਬੋਲਦੇ ਆ। ਵੀ ਯਾਦ ਰੱਖਿਓ, ਪੇਪਰ 'ਚ ਬਹੁਤ ਵਾਰ ਪੁੱਛਿਆ ਜਾਂਦਾ ਕਿ ਕੁਇਕਲਾਈਮ ਕਿਹਨੂੰ ਬੋਲਦੇ ਆ, CaO ਨੂੰ। ਸੋ ਇਹਦੇ ਵਿੱਚ ਕੁਇਕਲਾਈਮ ਦੀ ਫਾਰਮੇਸ਼ਨ ਹੋਈ ਜਿਹੜਾ ਕਿ ਮੇਜਰ ਕੰਪੋਨੈਂਟ ਹੁੰਦਾ ਹੈ ਸੀਮੈਂਟ ਦਾ, ਤੇ ਕਾਰਬਨ ਡਾਈਆਕਸਾਈਡ ਬਣੀ। ਓਕੇ, ਉਹ ਤੋਂ ਬਾਅਦ ਨੈਕਸਟ ਹੈ ਨਿਊਟਰਲਾਈਜੇਸ਼ਨ ਰਿਐਕਸ਼ਨ। ਨਿਊਟਰਲਾਈਜੇਸ਼ਨ ਰਿਐਕਸ਼ਨ ਹੈ ਜਿਹੜਾ ਉਹ ਐਸਿਡ ਤੇ ਬੇਸ ਦੇ ਵਿੱਚ ਹੁੰਦਾ ਹੈ। ਬੇਸਿਕਲੀ ਇਹਦੇ ਵਿੱਚ ਕੀ ਹੁੰਦਾ ਹੈ, ਐਸਿਡ ਪਲਸ ਬੇਸ ਜਿਹੜੇ ਨੇ ਨਿਊਟਰਲਾਈਜੇਸ਼ਨ ਰਿਐਕਸ਼ਨ ਦੇ ਵਿੱਚ ਉਹ ਆਪਸ 'ਚ ਮਿਲ ਕੇ ਵਾਟਰ ਪਲਸ ਸਾਲਟ ਬਣਾਉਂਦੇ ਨੇ। ਠੀਕ ਹੈ ਜੀ। ਸੋ ਨਿਊਟਰਲਾਈਜੇਸ਼ਨ ਰਿਐਕਸ਼ਨ ਕਿਹੜਾ ਹੁੰਦਾ ਜਿਹਦੇ ਵਿੱਚ ਐਸਿਡ ਤੇ ਬੇਸ ਮਿਲ ਕੇ ਸਾਲਟ ਤੇ ਵਾਟਰ ਬਣਾਉਂਦੇ ਨੇ ਐਜ਼ ਪ੍ਰੋਡਕਟਸ। ਜਿਹੜਾ ਵਾਟਰ ਮੋਲੀਕਿਊਲ ਹੈ ਉਹ ਕਿਵੇਂ ਬਣਦਾ ਹੈ, ਕਿਉਂਕਿ ਐਸਿਡ ਤੋਂ ਆਪਾਂ ਨੂੰ H ਆਇਨਸ ਮਿਲਦੇ हैं H+ ਤੇ ਬੇਸ ਤੋਂ ਆਪਾਂ ਨੂੰ OH- ਆਇਨਸ ਮਿਲਦੇ ਆ। ਇਹਦੇ ਬਾਰੇ ਆਪਾਂ ਪੜਾਂਗੇ ਹੁਣ ਐਸਿਡ ਬੇਸ ਦਾ ਜਦੋਂ ਡਿਸਕਸ ਕਰਾਂਗੇ। ਸੋ ਇਹਦੇ ਵਿੱਚ ਜਿਹੜਾ H+ ਹੈ ਤੇ OH ਹੈ ਇਹ ਮਿਲ ਕੇ ਵਾਟਰ ਦੀ ਫਾਰਮੇਸ਼ਨ ਕਰਦੇ ਆ। ਓਕੇ, ਜਿਹੜੇ ਓਵਰਆਲ pH ਹੁੰਦੇ ਪ੍ਰੋਡਕਟਸ ਦੀ, ਅਗਰ ਆਪਾਂ ਸਟਰੋਂਗ ਐਸਿਡ ਲੈ ਰਹੇ ਹਾਂ, ਸਟਰੋਂਗ ਬੇਸ ਲੈ ਰਹੇ ਹਾਂ ਤਾਂ ਆਪਣੇ ਕੋਲ ਜਿਹੜਾ ਸਾਲਟ ਬਣੂਗਾ ਉਹ ਕੀ ਬਣੂਗਾ, ਨਿਊਟਰਲਾਈਜ਼ ਬਣੂਗਾ। ਮਤਲਬ ਇੱਥੇ ਤਾਂ ਹੀ ਇਹਨੂੰ ਨਿਊਟਰਲਾਈਜੇਸ਼ਨ ਰਿਐਕਸ਼ਨ ਬੋਲਦੇ ਆ। ਓਕੇ, ਬਿਕੋਜ਼ ਇਹਦੇ ਵਿੱਚ ਸਟਰੋਂਗ ਐਸਿਡ ਤੇ ਸਟਰੋਂਗ ਬੇਸ ਜਿਹੜਾ ਹੁੰਦਾ ਉਹ ਮਿਲ ਕੇ ਇੱਕ ਸਾਲਟ ਦੀ ਫਾਰਮੇਸ਼ਨ ਕਰਦੇ ਆ ਜਿਹੜਾ ਕਿ ਨਿਊਟਰਲਾਈਜ਼ ਹੁੰਦਾ ਨੇਚਰ ਦੇ ਵਿੱਚ। ਹੁਣ ਇੱਥੇ ਐਗਜ਼ਾਮਪਲ ਦੇਖੋ, ਇੱਥੇ ਬੇਸਿਕਲੀ ਕੀ ਹੋ ਰਿਹਾ, ਹਾਈਡਰੋਕਲੋਰਿਕ ਐਸਿਡ ਹੈ ਜਿਹੜਾ ਤੇ ਸੋਡੀਅਮ ਹਾਈਡਰੋਕਸਾਈਡ ਉਹ ਮਿਲ ਕੇ NaCl। NaCl ਕੀ ਹੋ ਗਿਆ, ਕਾਮਨ ਸਾਲਟ, ਸੋਡੀਅਮ ਕਲੋਰਾਈਡ। ਠੀਕ ਹੈ, ਸੋ ਕਾਮਨ ਸਾਲਟ ਤੇ ਵਾਟਰ ਦੀ ਫਾਰਮੇਸ਼ਨ ਕਰ ਰਹੇ ਨੇ। ਓਕੇ, ਉਸ ਤੋਂ ਬਾਅਦ ਨੈਕਸਟ ਹੈ ਰਿਡੌਕਸ ਰਿਐਕਸ਼ਨ। ਸੋ ਰਿਡੌਕਸ ਨੂੰ ਆਪਾਂ ਰਿਡਕਸ਼ਨ ਆਕਸੀਡੇਸ਼ਨ ਰਿਐਕਸ਼ਨ ਵੀ ਬੋਲਦੇ ਆ। ਇਹਦੇ ਵਿੱਚ ਕੀ ਹੁੰਦਾ, ਬੇਸਿਕਲੀ ਇਲੈਕਟ੍ਰੋਨਸ ਦੀ ਟ੍ਰਾਂਸਫਰ ਹੁੰਦੀ ਹੈ ਕੈਮੀਕਲ ਸਪੀਸ਼ੀਜ਼ ਦੇ ਵਿੱਚ। ਠੀਕ ਹੈ, ਜਿਵੇਂ ਕਿ ਇਹਦੇ ਵਿੱਚ ਦੇਖੋ ਜਿਹੜਾ ਜ਼ਿੰਕ ਐਟਮ ਹੈ ਉਹ ਰਿਐਕਟ ਕਰ ਰਿਹਾ ਦੋ ਆਇਨਸ ਦੇ ਨਾਲ, ਹਾਈਡਰੋਜਨ ਦੇ, ਤਾਂ ਜਿਹਦੇ ਨਾਲ ਜਿਹੜੇ ਇਲੈਕਟ੍ਰੋਨਸ ਹੈ ਉਹ ਟ੍ਰਾਂਸਫਰ ਹੋ ਰਹੇ ਨੇ ਜ਼ਿੰਕ ਤੋਂ ਹਾਈਡਰੋਜਨ ਦੇ ਵਿੱਚ। ਓਕੇ, ਤੇ ਉਹਦੇ ਨਾਲ ਜਿਹੜਾ ਹਾਈਡਰੋਜਨ ਉਹ ਸਟੇਬਲ ਮੋਲੀਕਿਊਲ ਬਣ ਰਿਹਾ ਤੇ ਜ਼ਿੰਕ ਆਇਨ ਹੈ ਜਿਹੜਾ ਉਹ ਪ੍ਰੋਡਿਊਸ ਹੋ ਰਿਹਾ। ਯਾਨੀ ਕਿ ਇਹਦੇ ਵਿੱਚ ਦੇਖੋ ਜ਼ਿੰਕ ਤੇ ਹਾਈਡਰੋਜਨ ਹੈ, ਇਹਦੇ ਵਿੱਚ ਜ਼ਿੰਕ ਦੇ ਜਿਹੜੇ ਇਲੈਕਟ੍ਰੋਨਸ ਹੈ ਉਹ ਹਾਈਡਰੋਜਨ 'ਚ ਜਾ ਰਹੇ ਆ। ਸੋ ਉਹਦਾ ਰਿਜ਼ਲਟ ਕੀ ਮਿਲਿਆ, ਹਾਈਡਰੋਜਨ ਹੈ ਜਿਹੜਾ ਉਹਦਾ ਮੋਲੀਕਿਊਲ ਬਣ ਗਿਆ ਤੇ ਜ਼ਿੰਕ ਹੈ ਜਿਹੜਾ ਉਹਦਾ ਆਇਨ ਬਣ ਗਿਆ। ਰਿਡੌਕਸ ਰਿਐਕਸ਼ਨ ਦੇ ਬਾਰੇ ਆਪਾਂ ਡਿਟੇਲ 'ਚ ਵੀ ਪੜਾਂਗੇ। ਸੋ ਹਜੇ ਲਈ ਇੰਨਾ ਕੁ ਸਮਝ ਲਓ ਕਿ ਇਹਦੇ ਵਿੱਚ ਰਿਡਕਸ਼ਨ ਤੇ ਆਕਸੀਡੇਸ਼ਨ ਇਕੱਠੀ ਹੁੰਦੀ ਹੈ ਤੇ ਇਲੈਕਟ੍ਰੋਨਸ ਦੀ ਟ੍ਰਾਂਸਫਰ ਹੁੰਦਾ ਹੈ। ਉਸ ਤੋਂ ਬਾਅਦ ਡਬਲ ਡਿਸਪਲੇਸਮੈਂਟ ਰਿਐਕਸ਼ਨ। ਸੋ ਡਬਲ ਡਿਸਪਲੇਸਮੈਂਟ ਦੇ ਕਾਮਨ ਤੁਹਾਨੂੰ ਦਿੱਤਾ ਹੋਇਆ ਕਿ ਇਹਦੇ ਵਿੱਚ ਕੀ ਹੁੰਦਾ, AB plus CD ਜਿਹੜੇ ਨੇ ਉਹ ਮਿਲ ਕੇ ਕੀ ਬਣਾਉਂਦੇ ਨੇ, AD plus BC। ਯਾਨੀ ਕਿ AD ਦੇ ਨਾਲ ਕੰਬਾਈਨ ਹੋ ਗਿਆ ਤੇ BC ਦੇ ਨਾਲ ਹੋ ਗਿਆ। ਇਟ ਇਜ਼ ਅ ਟਾਈਪ ਆਫ ਡਿਸਪਲੇਸਮੈਂਟ ਰਿਐਕਸ਼ਨ ਇਨ ਵਿਚ ਟੂ ਕੰਪਾਊਂਡਸ ਰਿਐਕਟ consequently their anions and cations switch places forming two new products। ਜਿਵੇਂ ਹੁਣ ਆਪਣੇ ਕੋਲ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਆਪਣੇ ਕੋਲ ਇੱਥੇ ਸਿਲਵਰ ਨਾਈਟ੍ਰੇਟ ਹੈ ਤੇ ਸੋਡੀਅਮ ਕਲੋਰਾਈਡ ਹੈ, ਤਾਂ ਪ੍ਰੋਡਕਟਸ ਕੀ ਬਣੇ, ਸਿਲਵਰ ਕਲੋਰਾਈਡ ਤੇ ਸੋਡੀਅਮ ਨਾਈਟ੍ਰੇਟ। ਠੀਕ ਹੈ ਜੀ। ਸੋ ਇਹ ਕੀ ਹੋ ਗਿਆ, ਡਬਲ ਡਿਸਪਲੇਸਮੈਂਟ ਰਿਐਕਸ਼ਨ। ਓਕੇ, ਉਹ ਤੋਂ ਬਾਅਦ ਨੈਕਸਟ ਹੁਣ ਰਿਡੌਕਸ ਰਿਐਕਸ਼ਨ ਦੇ ਬਾਰੇ ਆਪਾਂ ਥੋੜਾ ਡਿਟੇਲ 'ਚ ਦੇਖਦੇ ਹਾਂ। ਦੇਖੋ ਜਿਹੜਾ ਰਿਡੌਕਸ ਰਿਐਕਸ਼ਨ ਹੁੰਦਾ ਇਹਦੇ ਵਿੱਚ ਕੀ ਹੋ ਰਿਹਾ, ਆਕਸੀਡੇਸ਼ਨ ਤੇ ਰਿਡਕਸ਼ਨ ਹੈ ਜਿਹੜੀ ਉਹ ਇਕੱਠੀ ਹੋ ਰਹੀ ਹੈ। ਆਕਸੀਡੇਸ਼ਨ ਕੀ ਹੁੰਦਾ ਹੈ, ਕਲਾਸੀਕਲ ਤੇ ਅਰਲੀਅਰ ਕਨਸੈਪਟ ਦੇ ਮੁਤਾਬਿਕ ਜਿਹੜਾ ਆਕਸੀਡੇਸ਼ਨ ਹੈ ਉਹ ਇੱਕ ਐਸਾ ਪ੍ਰੋਸੈਸ ਹੈ ਜਿਹਦੇ ਵਿੱਚ ਆਕਸੀਜਨ ਐਡ ਹੋਵੇ, ਠੀਕ ਹੈ, ਜਾਂ ਫਿਰ ਕੋਈ ਵੀ ਇਲੈਕਟ੍ਰੋਨੈਗੇਟਿਵ ਐਲੀਮੈਂਟ ਜਿਹੜਾ ਹੈ ਉਹ ਐਡ ਹੋਵੇ, ਜਾਂ ਫਿਰ ਹਾਈਡਰੋਜਨ ਦੀ ਰਿਮੂਵਲ ਹੋਵੇ ਜਾਂ ਕਿਸੇ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਦੀ ਰਿਮੂਵਲ ਹੋਵੇ। ਸੋ ਆਕਸੀਡੇਸ਼ਨ 'ਚ ਬੇਸਿਕਲੀ ਕੀ ਹੁੰਦਾ ਹੈ, ਆਕਸੀਜਨ ਜਾਂ ਇਲੈਕਟ੍ਰੋਨੈਗੇਟਿਵ ਐਲੀਮੈਂਟ ਦੀ ਐਡੀਸ਼ਨ ਹੁੰਦੀ ਹੈ ਜਾਂ ਫਿਰ ਹਾਈਡਰੋਜਨ ਤੇ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਦੀ ਰਿਮੂਵਲ ਹੁੰਦੀ ਹੈ। ਓਕੇ, ਸੋ ਇਲੈਕਟ੍ਰੋਨਿਕ ਕਨਸੈਪਟ ਦੇ ਮੁਤਾਬਿਕ ਜਿਹੜਾ ਆਕਸੀਡੇਸ਼ਨ ਹੈ ਉਹ ਕਿਹੜਾ ਪ੍ਰੋਸੈਸ ਹੁੰਦਾ ਹੈ ਜਿਹਦੇ ਵਿੱਚ ਐਟਮ ਜਾਂ ਆਇਨ ਹੈ ਉਹ ਲੂਜ਼ ਕਰਦੇ ਨੇ ਇਲੈਕਟ੍ਰੋਨਸ। ਸੋ ਬੇਸਿਕਲੀ ਆਕਸੀਡੇਸ਼ਨ 'ਚ ਕੀ ਹੈ ਕਿ ਐਡੀਸ਼ਨ ਆਫ ਆਕਸੀਜਨ ਹੈ, ਠੀਕ ਹੈ, ਰਿਮੂਵਲ ਆਫ ਹਾਈਡਰੋਜਨ ਹੈ ਤੇ ਆਪਣੇ ਕੋਲ ਕੀ ਹੈ, ਇਲੈਕਟ੍ਰੋਨਸ ਹੈ ਜਿਹੜੇ ਉਹ ਲੂਜ਼ ਹੁੰਦੇ ਆ। ਇਹ ਤਿੰਨ ਚੀਜ਼ਾਂ ਮੇਨ ਯਾਦ ਰੱਖਣੀਆਂ। ਹੁਣ ਰਿਡਕਸ਼ਨ ਕੀ ਹੈ, ਰਿਡਕਸ਼ਨ ਉਹ ਪ੍ਰੋਸੈਸ ਹੈ ਜਿਹਦੇ ਵਿੱਚ ਐਡੀਸ਼ਨ ਹੋਵੇ ਹਾਈਡਰੋਜਨ ਦੀ ਜਾਂ ਫਿਰ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਦੀ,
ठीक है, ਉਹਦੇ ਵਿੱਚ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਦੀ ਰਿਮੂਵਲ ਹੋ ਰਹੀ ਸੀ, ਇਹਦੇ ਵਿੱਚ ਐਡੀਸ਼ਨ ਹੋ ਰਹੀ ਹੈ, ਜਾਂ ਫਿਰ ਰਿਮੂਵਲ ਹੋਵੇ ਆਕਸੀਜਨ ਦੀ ਜਾਂ ਫਿਰ ਇਲੈਕਟ੍ਰੋਨੈਗੇਟਿਵ ਐਲੀਮੈਂਟ ਦੀ। ਓਕੇ, ਤੇ ਇਹਦੇ ਵਿੱਚ ਇਲੈਕਟ੍ਰੋਨਸ ਨਾਲ ਕੀ ਹੋਊਗਾ, ਇਹਦੇ ਵਿੱਚ ਜਿਹੜੇ ਐਟਮਸ ਜਾਂ ਆਇਨਸ ਹੈ ਉਹ ਗੇਨ ਕਰਨਗੇ ਇੱਕ ਜਾਂ ਇੱਕ ਤੋਂ ਜ਼ਿਆਦਾ ਇਲੈਕਟ੍ਰੋਨਸ ਨੂੰ। ਇਹ ਯਾਦ ਰੱਖਿਓ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤੁਹਾਨੇ ਧਿਆਨ 'ਚ ਰੱਖਣਾ ਹੈ ਕਿ ਆਕਸੀਡੇਸ਼ਨ 'ਚ ਐਡੀਸ਼ਨ ਹੋ ਰਹੀ ਹੈ ਆਕਸੀਜਨ ਦੀ, ਰਿਮੂਵਲ ਹੋ ਰਹੀ ਹੈ ਹਾਈਡਰੋਜਨ ਦੀ, ਐਡੀਸ਼ਨ ਹੋ ਰਹੀ ਹੈ ਇਲੈਕਟ੍ਰੋਨੈਗੇਟਿਵ ਐਲੀਮੈਂਟ ਦੀ, ਰਿਮੂਵਲ ਹੋ ਰਹੀ ਹੈ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਦੀ, ਤੇ ਆਇਨਸ ਦੀ ਵੀ लॉस हो रहा है, सॉरी आयंस क्या था, इलैक्ट्रॉन्स का भी लॉस हो रहा है। तो रिडक्शन च उल्ट हुंदा है, एडिशन हुंदी है हाइड्रोजन की, एडिशन हुंदी इलैक्ट्रोपॉजिटिव एलीमेंट की, रिमूवल हुंदी ऑक्सीजन की, तो रिमूवल हुंदी इलैक्ट्रोनैगेटिव एलीमेंट की, तो इलैक्ट्रॉन्स जिहड़े ने वो गेन हुंदे ने। उस तो बाद हुण तुसीं इत्थे देखो क्लासिकल आइडिया ऑफ ऑक्सीडेशन रिडक्शन, सब तो पहला ऑक्सीजन की एडिशन होगी CO2, सो ये ऑक्सीडेशन है। इलैक्ट्रोनैगेटिव एलीमेंट की एडिशन होगी Fe+S, सो FeS ऑक्सीडेशन होगी आयरन की इहदे विच, ठीक है। दैन रिमूवल ऑफ हाइड्रोजन H2SC ते Br2, तां की होया HBr बन गया, ते जिहड़ा S है वो इकल्ला हो गया, ठीक है। सो यानी कि हाइड्रोजन है जिहड़ी वो रिमूव होगी। उस तो बाद रिमूवल ऑफ इलैक्ट्रोपॉजिटिव एलीमेंट KlH2O2 I2 प्लस KOH, ठीक है। सो बेसिकली ये रिएक्शंस नहीं पूछणगे पेपर च, जो तुहानूं मैं दस्सिया थ्योरी च वो याद रखना है। हुण एक होर चीज़ है ऑक्सीडाइजिंग एजेंट। सो ऑक्सीडाइजिंग एजेंट एक ऐसा सबसटांस हुंदा जिहदे नाल ऑक्सीडेशन होवे। सो देखो ये वाले इक्वेशन दे विच जिहड़ी ऑक्सीडेशन है O2 करके हो रही है, S करके हो रही है, Br2 करके हो रही है। सो ये ने सारे ऑक्सीडाइजिंग एजेंट्स। उस तो बाद नैक्सट रिडक्शन, रिडक्शन दी भी तुहाडे कोल इत्थे रिएक्शंस दित्तियां होईयां ने। हुण मेन तुहानूं पता होना चाहिए रिड्यूसिंग एजेंट किहड़ा हुंदा है जिहदे करके रिडक्शन होवे, ठीक है। हुण जिहड़े भी इत्थे एग्जांपल्स ने इहदे विच H2, HgCl2, C, ये सारे की ने रिड्यूसिंग एजेंट्स। ओके, सो वो सबसटांस जिहदी ऑक्सीडेशन होवे उहनूं आपां बोलदे रिड्यूसिंग एजेंट, ते वो सबसटांस जिहदी रिडक्शन होवे उहनूं बोलदे ऑक्सीडाइजिंग एजेंट। ये सारियां डेफिनेशंस तुहानूं याद करनियां पैणगीआं, इंपॉर्टेंट है। उस तो बाद नैक्सट है एंडोथर्मिक ते एक्सोथर्मिक रिएक्शन। सो एक्सो मीनस की हुंदा है कि किसी चीज़ का बाहर निकलना। सो एक्सोथर्मिक रिएक्शन की हुंदा है जिहदे विच हीट की प्रोडक्शन होवे, बस एवें याद रखना है। उस तो बाद एंडोथर्मिक रिएक्शन किहड़ा हुंदा है जिहदे विच हीट है जिहड़ी ओह एब्जॉर्ब होवे, ठीक है। सो इत्थे देखो जिहड़ी सनलाइट है इहदी फॉर्म च जिहड़ी एनर्जी है, हीट नहीं बोलांगे एनर्जी बोलांगे, एनर्जी एब्जॉर्ब हो रही है। ओके, सो जिहड़े डिकंपोजिशन रिएक्शंस हुंदे ने वो एंडोथर्मिक रिएक्शंस हुंदे ने मोस्ट ऑफ द। ओके, उस तो बाद नैक्सट करोजन। करोजन का मतलब की हुंदा है मटीरियल का, बेसिकली मैटल का खराब होना, क्योंकि उहदे उपर एक्शन हो रहा है मॉइस्चर का, एयर का ते कैमिकल का, ठीक है। सो करोजन दे नाल की हुंदा है आयरन की रस्टिंग हो जाती है, ठीक है। इत्थे देख सकते हो कई बार ये भी पूछ लेंदे कि रस्ट का फॉर्मूला की हुंदा है Fe2O3 XH2O, ये याद रखियो। उस तो बाद कॉपर का करोजन होना, कॉपर दे विच मॉइस्चर आ गया, कार्बन डाइऑक्साइड आ गई, तो अपने कोल की बन जाता है CuCO3.CuOH ट्वाइस, जो कि ग्रीन कलर का होंदा है। तो करोजन होना सिल्वर का, जो करोजन होंदा है सिल्वर का, तो ब्लैक कलर की लेयर फॉर्म हो जाती है सिल्वर के उपर, ठीक है। सो ये सारा याद रखियो, इंपॉर्टेंट है। उस तो बाद नैक्सट है रेंसिडिटी। रेंसिडिटी मतलब की हुंदा है ऑक्सीडेशन होना फैट्स ते ऑयल्स का, जो कि फूड च ने। वो किहड़े फूड च हुंदे जिन्हां बहुत टाइम के लिए आपां एवें रखी छड्डीए, ठीक है। आपां ने देखिया ना कि हुंदा कई बार अगर आपां कोई फूड है उन्होंने एवें काफ़ी देर बाहर छड्ड दईए तो बहुत गंदी स्मैल आन लग जाती है, तो उसका टेस्ट भी बहुत खराब हो जाता है। वो चीज़ दे विच बेसिकली की होया कि उहदे विच जिहड़े फैट्स ते ऑयल्स हैं वो की हो गए, उन्हां दी ऑक्सीडेशन हो गई, ठीक है। तो इस करके जिहड़ा उहदा टेस्ट ते स्मैल है वो चेंज हो गया। सो अगर रैंसिड फूड आपां खाने आ तो इहदे नाल स्टमक इन्फैक्शन हो सकती है। उस तो बाद हुण इहनूं किवें आपां प्रिवेंट कर सकते हैं कि फूड है जिहड़ा उहदी ऑक्सीडेशन ना होवे। एयर टाइट कंटेनर्स का यूज़ करके, नाइट्रोजन दे नाल पैक करके चीज़ां नूं उहनूं रैफ्रिजरेट करके, या फिर एक्सीऑक्सीडेंट्स या प्रिजर्वेटिव्स का यूज़ करके। ओके, उस तो बाद सो नैक्सट हुण आपां पढ़दे हैं एसिड बेसिस एंड सॉल्ट्स के बारे। देखो आपां ने पढ़िया कि अगर आपां मैटर की गल करिए, मैटर नूं आपां अलग-अलग चीज़ां दे विच क्लासीफाई कर सकते हैं, जिवें कि कंपोजिशन के बेस ते जिहड़ा मैटर है उहनूं आपां एलीमेंट्स, कंपाउंड्स ते मिक्सचर्स दे विच क्लासीफाई करते हैं। अगर आप स्टेट की गल करिए तो स्टेट की फॉर्म दे विच सॉलिड, लिक्विड, गैसिस
ਹੁੰਦੀਆਂ ठीक है। सॉल्युबिलिटी की गल करिए सस्पेंशन कोलाइड्स ते सॉल्यूशंस ਹੁੰਦੇ ਆ। सो ये डिफरेंट क्लासीफिकेशन है मैटर ਦੀ। ਉਹ ਤੋਂ ਬਾਅਦ ਦੇਖੋ ਆਪਾਂ ਨੇ ਵੀ ਪੜਿਆ ਸੀਗਾ ਕਿ ਦੋ ਟਾਈਪ ਦੇ ਮਿਕਸਚਰਸ ਹੁੰਦੇ ਆ ਹੋਮੋਜੀਨਸ ਤੇ ਹੈਟਰੋਜੀਨਸ ठीक है। ਤੇ ਅਗਰ ਆਪਾਂ ਟਾਈਪ ਆਫ ਕੰਪਾਊਂਡ ਦੀ ਗੱਲ ਕਰੀਏ ਤਾਂ ਦੋ ਤਰੀਕੇ ਦੇ ਕੰਪਾਊਂਡ ਹੁੰਦੇ ਆ ਕੋਵੈਲੈਂਟ ਕੰਪਾਊਂਡ ਤੇ ਆਇਓਨਿਕ ਕੰਪਾਊਂਡਸ। ਦੇਖੋ ਜਿਹੜੇ ਕੋਵੈਲੈਂਟ ਕੰਪਾਊਂਡ ਹੈ ਉਹ ਕਿਵੇਂ ਬਣਦੇ ਆ ਕੋਵੈਲੈਂਟ ਕੰਪਾਊਂਡ ਦੇ ਵਿੱਚ ਨਾ ਬੇਸਿਕਲੀ ਸ਼ੇਅਰਿੰਗ ਹੁੰਦੀ ਹੈ ਇਲੈਕਟ੍ਰॉन्स ਦੀ ठीक है। ਤੇ ਜਿਹੜੇ ਆਇਨਿਕ ਕੰਪਾਊਂਡਸ ਹੁੰਦੇ ਉਹਦੇ ਵਿੱਚ ਟ੍ਰਾਂਸਫਰ ਹੁੰਦਾ ਇਲੈਕਟ੍ਰॉन्स ਦਾ ओके। सो ਇਹ ਫਰਕ ਹੁੰਦਾ ਹੈ ਆਇਨਿਕ ਤੇ ਕੋਵੈਲੈਂਟ ਕੰਪਾਊਂਡਸ ਦੇ ਵਿੱਚ। ਸੋ ਦੇਖੋ ਆਇਓਨਾਈਜ਼ੇਬਲ ਐਂਡ ਨॉन ਆਇਓਨਾਈਜ਼ੇਬਲ ਕੰਪਾਊਂਡਸ। ਸੋ ਆਇਓਨਾਈਜ਼ੇਬਲ ਕੰਪਾਊਂਡਸ ਉਹ ਹੁੰਦੇ ਆ ਜਿਹਨੂੰ ਅਗਰ ਆਪਾਂ ਪਾਣੀ ਚ ਪਾਉਂਦੇ ਆ ठीक है ਜਾਂ ਫਿਰ ਉਹ ਆਪਣੀ ਮੋਲਟਨ ਸਟੇਟ ਦੇ ਵਿੱਚ ਕੰਪਲੀਟਲੀ ਡਿਸੋਸੀਏਟ ਹੋ ਜਾਂਦੇ ਨੇ ਆਇਨਸ ਦੇ ਵਿੱਚ। ਜਿਵੇਂ NaCl ਹੈ NaCl ਨੂੰ ਤੁਸੀਂ ਪਾਣੀ ਦੇ ਵਿੱਚ ਪਾਉਂਗੇ ਤਾਂ Na+ ਦਾ ਆਇਨ ਬਣ ਜਾਊਗਾ ਤੇ Cl- ਐਵੇਂ ਅਲੱਗ-ਅਲੱਗ ਬਣ ਜਾਣਗੇ ਓਕੇ। नॉन ਆਇਓਨਾਈਜ਼ੇਬਲ ਕੰਪਾਊਂਡਸ ਹੈ ਜਿਹੜੇ ਉਹ ਕਿਹੜੇ ਹੁੰਦੇ ਨੇ ਉਹ ਐਸੇ ਕੰਪਾਊਂਡਸ ਹੁੰਦੇ ਆ ਜਿਹੜੇ ਪਾਣੀ ਦੇ ਵਿੱਚ ਡਿਸੋਸੀਏਟ ਨਾ ਹੋਣ ਜਾਂ ਫਿਰ ਆਪਣੀ ਮੋਲਟਨ ਸਟੇਟ ਦੇ ਵਿੱਚ ਡਿਸੋਸੀਏਟ ਨਾ ਹੋਣ ਜਿਵੇਂ ਗਲੂਕੋਸ ਹੋ ਗਿਆ ਐਸੀਟੋਨ ਹੋ ਗਿਆ ਠੀਕ ਹੈ ਉਹ ਐਵੇਂ ਹੀ ਰਹਿੰਦੇ ਨੇ ਜਿਵੇਂ ਉਹ ਹੈਗੇ ਨੇ। ਉਹ ਤੋਂ ਬਾਅਦ ਐਸਿਡਸ ਐਂਡ ਬੇਸਿਸ। ਦੇਖੋ ਐਸਿਡ ਕੀ ਹੁੰਦਾ ਹੈ ਐਸਿਡ ਕੋਈ ਵੀ ਹਾਈਡਰੋਜਨ ਕੰਟੇਨਿੰਗ ਸਬਸਟੈਂਸ ਹੁੰਦਾ ਹੈ ਜਿਹਦੇ ਵਿੱਚ ਕਿ ਇੰਨੀ ਕੈਪੈਸਿਟੀ ਹੁੰਦੀ ਹੈ ਕਿ ਉਹ ਡੋਨੇਟ ਕਰ ਸਕਦਾ ਹੈ ਪ੍ਰੋਟੋਨ ਕਿਸੇ ਅਨਦਰ ਸਬਸਟੈਂਸ ਨੂੰ। ਕੀ ਡੋਨੇਟ ਕਰਦੇ ਆ ਐਸਿਡਸ H+ ਆਇਨ ठीक है। ਜਿਹੜਾ ਬੇਸ ਹੁੰਦਾ ਉਹ ਮੋਲੀਕਿਊਲ ਹੁੰਦਾ ਜਾਂ ਆਇਨ ਹੁੰਦਾ ਜੋ ਕਿ ਅਸੈਪਟ ਕਰੇ ਹਾਈਡਰੋਜਨ ਆਇਨ ਐਸਿਡ ਤੋਂ ਉਹਨੂੰ ਆਪਾਂ ਕੀ ਬੋਲਦੇ ਆ ਬੇਸ ਓਕੇ। ਹੁਣ ਜਿਹੜੇ ਐਸਿਡਿਕ ਸਬਸਟੈਂਸ ਹੁੰਦੇ ਨੇ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ ਕਿ ਇਹਨਾਂ ਦਾ ਜਿਹੜਾ ਟੇਸਟ ਹੈ ਉਹ ਸੋਰ ਹੁੰਦਾ ਹੈ ਠੀਕ ਹੈ। ਜਿਹੜਾ ਐਸਿਡ ਹੈ ਉਹ ਬੇਸਿਕਲੀ ਐਸਾ ਮੋਲੀਕਿਊਲ ਹੈ ਜਿਹੜਾ H+ ਆਇਨ ਨੂੰ ਡੋਨੇਟ ਕਰ ਸਕਦਾ ਹੈ ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਨੈਕਸਟ ਇਹਨਾਂ ਦੀ ਪ੍ਰੋਪਰਟੀ ਦੀ ਗੱਲ ਕਰੀਏ ਤਾਂ ਜਿਹੜੇ ਐਸਿਡ ਨੇ ਉਹ ਬਲੂ ਲਿਟਮਸ ਨੂੰ ਰੈੱਡ ਦੇ ਵਿੱਚ ਚੇਂਜ ਕਰਦੇ ਨੇ ਓਕੇ। ਉਹ ਤੋਂ ਬਾਅਦ ਅਗਰ ਬੇਸਿਸ ਦੀ ਗੱਲ ਕਰਾਂ ਤਾਂ ਬੇਸਿਸ ਦਾ ਕੜਵਾ ਟੇਸਟ ਹੁੰਦਾ ਦੈਟ ਇਜ਼ ਬਿਟਰ ਟੇਸਟ ਹੁੰਦਾ ਤੇ ਸਲਿਪਰੀ ਟੈਕਸਚਰ ਹੁੰਦਾ। ਇਹ ਬਹੁਤ ਇੰਪੋਰਟੈਂਟ ਕੈਰੈਕਟਰਿਸਟਿਕਸ ਹੈ ਪੇਪਰ ਦੇ ਵਿੱਚ ਕੁਐਸਚਨਸ ਆਉਂਦੇ ਆ ਇਹਦੇ ਉੱਪਰ ਠੀਕ ਹੈ। ਤੇ ਜਿਹੜਾ ਬੇਸ ਹੈ ਜਦੋਂ ਆਪਾਂ ਉਹਨੂੰ ਪਾਣੀ ਦੇ ਵਿੱਚ ਡਿਸੋਲਵ ਕਰਦੇ ਆ ਤਾਂ ਉਹਨੂੰ ਆਪਾਂ ਅਲਕਲੀ ਬੋਲਦੇ ਆ ਓਕੇ। ਤੇ ਜਿਹੜੇ ਬੇਸਿਸ ਹੁੰਦੇ ਆ ਇਹ ਰਿਐਕਟ ਕਰਦੇ ਨੇ ਐਸਿਡਸ ਨਾਲ ਤਾਂ ਕਿ ਸਾਲਟਸ ਦੀ ਫਾਰਮੇਸ਼ਨ ਹੋ ਸਕੇ। ਤੇ ਜਿਹੜੇ ਬੇਸਿਸ ਹੁੰਦੇ ਨੇ ਉਹ ਰੈੱਡ ਲਿਟਮਸ ਨੂੰ ਬਲੂ ਦੇ ਵਿੱਚ ਕਨਵਰਟ ਕਰਦੇ ਆ। ਐਸਿਡ ਕੀ ਕਰਦੇ ਨੇ ਰੈੱਡ ਦੇ ਵਿੱਚ ਕਨਵਰਟ ਕਰਦੇ ਬਲੂ ਲਿਟਮਸ ਨੂੰ ਤੇ ਬੇਸਿਸ ਰੈੱਡ ਲਿਟਮਸ ਨੂੰ ਬਲੂ ਦੇ ਵਿੱਚ ਕਨਵਰਟ ਕਰਦੇ ਆ। ਤੇ ਬੇਸਿਸ ਦੇ ਨਾਲ ਆਪਣੇ ਕੋ OH- ਜਿਹੜਾ ਹੈ ਆਇਨ ਉਹਦੀ ਫਾਰਮੇਸ਼ਨ ਹੁੰਦੀ ਹੈ। ਉਹ ਤੋਂ ਬਾਅਦ ਦੇਖੋ ਹੁਣ ਦੇਖੋ ਕੁਝ ਥਿਊਰੀਜ਼ ਹੈ ਐਸਿਡ ਤੇ ਬੇਸਿਸ ਦੀਆਂ ਤਿੰਨ ਅਲੱਗ-ਅਲੱਗ ਥਿਊਰੀਜ਼ ਹੈ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਐਸਿਡ ਤੇ ਬੇਸਿਸ ਨੂੰ ਡਿਫਾਈਨ ਕਰਨ ਦੇ ਲਈ। ਜਿਹੜੀ ਇਹ ਥਿਊਰੀ ਹੈ ਇਹਦੇ ਵਿੱਚ ਆਰਹੀਨੀਅਸ ਥਿਊਰੀ ਬ੍ਰੌਨਸਟੀਡ ਲੋਰੀ ਥਿਊਰੀ ਤੇ ਲੂਇਸ ਥਿਊਰੀ ਹੈ ਜਿਹੜੀ ਉਹ ਦਿੱਤੀ ਹੋਈ ਹੈ। ਸੋ ਇਹਨਾਂ ਬਾਰੇ ਆਪਾਂ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਰਹੀਨੀਅਸ ਥਿਊਰੀ ਦੀ ਗੱਲ ਕਰੀਏ ਤਾਂ ਉਹ ਕੀ ਕਹਿੰਦੀ ਹੈ ਕਿ ਜਿਹੜਾ ਐਸਿਡ ਹੈ ਉਹ H+ ਆਇਨਸ ਜਨਰੇਟ ਕਰਦਾ ਤੇ ਜਿਹੜਾ ਬੇਸ ਹੈ ਉਹ OH- ਆਇਨਸ ਜਨਰੇਟ ਕਰਦਾ ਆਪਣੇ ਸੋਲੂਸ਼ਨ ਦੇ ਵਿੱਚ। ਮਤਲਬ ਜਿਹੜਾ ਸਬਸਟੈਂਸ H+ ਆਇਨ ਦਵੇ ਉਹ ਐਸਿਡ ਹੋ ਗਿਆ ਯਾਨੀ ਕਿ ਤੇ ਜਿਹੜਾ OH ਦਵੇ ਉਹ ਬੇਸ ਹੋ ਗਿਆ ਪਹਿਚਾਨ ਦੱਸਦੀ। ਉਹ ਤੋਂ ਬਾਅਦ ਬ੍ਰੌਨਸਟੀਡ ਲੋਰੀ ਥਿਊਰੀ ਇਹ ਕੀ ਕਹਿੰਦਾ ਹੈ ਕਿ ਜਿਹੜਾ ਐਸਿਡ ਹੁੰਦਾ ਉਹ ਪ੍ਰੋਟੋਨ ਦਾ ਡੋਨਰ ਹੁੰਦਾ ਤੇ ਬੇਸ ਪ੍ਰੋਟੋਨ ਅਸੈਪਟਰ ਹੁੰਦਾ ਓਕੇ। ਸੋ ਐਸਿਡ ਆ ਦਿੰਦਾ ਮਤਲਬ ਡੋਨੇਟ ਕਰ ਰਿਹਾ ਤੇ ਬੇਸ ਇਹਨੂੰ ਅਸੈਪਟ ਕਰਦਾ ਸੋ ਅਸੈਪਟਰ ਹੋ ਗਿਆ। ਉਹ ਤੋਂ ਬਾਅਦ ਲੂਇਸ ਡੈਫੀਨੇਸ਼ਨ ਕੀ ਕਹਿੰਦੀ ਹੈ ਕਿ ਜਿਹੜੇ ਐਸਿਡਸ ਨੇ ਉਹ ਇਲੈਕਟ੍ਰੋਨ ਪੇਅਰ ਅਸੈਪਟਰਸ ਹੁੰਦੇ ਆ ਤੇ ਬੇਸਿਸ ਜਿਹੜੇ ਨੇ ਉਹ ਇਲੈਕਟ੍ਰੋਨ ਪੇਅਰ ਡੋਨਰਸ ਹੁੰਦੇ ਆ। ਮਤਲਬ ਜਿਹੜੇ ਐਸਿਡਸ ਆ ਉਹ ਇਲੈਕਟ੍ਰੋਨ ਪੇਅਰ ਨੂੰ ਅਸੈਪਟ ਕਰਦੇ ਨੇ ਠੀਕ ਹੈ ਤੇ ਜਿਹੜੇ ਬੇਸਿਸ ਹੈ ਉਹ ਡੋਨੇਟ ਕਰਦੇ ਨੇ ਓਕੇ। ਹੁਣ ਦੇਖੋ ਇਹਦੇ ਵਿੱਚ ਨਾ ਕੁਝ ਫਿਜ਼ੀਕਲ ਟੈਸਟ ਵੀ ਨੇ ਪਹਿਚਾਨ ਕਰਨ ਦੇ ਲਈ ਕਿ ਕਿਹੜਾ ਐਸਿਡ ਹੈ ਕਿਹੜਾ ਬੇਸ ਹੈ। ਸਭ ਤੋਂ ਪਹਿਲਾਂ ਅਗਰ ਆਪਾਂ ਟੇਸਟ ਦੀ ਗੱਲ ਕਰੀਏ ਜਿਹਦਾ ਖੱਟਾ ਟੇਸਟ ਹੈ ਉਹ ਐਸਿਡ ਹੈ ਤੇ ਜਿਹਦਾ ਕੜਵਾ ਟੇਸਟ ਹੈ ਉਹ ਬੇਸ ਹੈ ਓਕੇ। ਉਹ ਤੋਂ ਬਾਅਦ ਜਿਹੜਾ ਮੈਥਡ ਹੈ ਟੇਸਟ ਦਾ ਕਈ ਵਾਰ ਉਹ ਐਡਵਾਈਜ਼ੇਬਲ ਨਹੀਂ ਹੁੰਦਾ ਬਿਕੋਜ਼ ਕਰੋਸਿਵ ਹੋ ਸਕਦੇ ਐਸਿਡ ਤੇ ਬੇਸ। ਸੋ ਕੁਝ ਹੋਰ ਵੀ ਆਪਣੇ ਕੋਲ ਮੈਥਡਸ ਹੈ ਜਿਵੇਂ ਕਿ ਆਪਾਂ ਇੰਡੀਕੇਟਰਸ ਦਾ ਯੂਜ਼ ਕਰ ਸਕਦੇ ਹਾਂ ਪਤਾ ਲਗਾਉਣ ਦੇ ਲਈ ਕਿ ਕੋਈ ਆਪਣੇ ਕੋਲ ਜਿਹੜਾ ਸਬਸਟੈਂਸ ਦਿੱਤਾ ਹੋਇਆ ਉਹ ਐਸਿਡ ਹੈ ਜਾਂ ਬੇਸ ਹੈ। ਹੁਣ ਸਭ ਤੋਂ ਪਹਿਲਾਂ ਦੇਖੋ ਇੰਡੀਕੇਟਰ ਕੀ ਹੁੰਦਾ ਇੰਡੀਕੇਟਰ ਇੱਕ ਤਰੀਕੇ ਦਾ ਕੈਮੀਕਲ ਸਬਸਟੈਂਸ ਹੁੰਦਾ ਜਿਹਦੀ ਕਿ ਕੈਮੀਕਲ ਪ੍ਰੋਪਰਟੀਜ਼ ਮੇਨਲੀ ਕਲਰ ਜਾਂ ਆਰਡਰ ਦੇ ਵਿੱਚ ਚੇਂਜ ਆਉਂਦਾ ਜਦੋਂ ਨੂੰ ਆਪਾਂ ਐਸਿਡ ਜਾਂ ਬੇਸ ਦੇ ਕੰਟੈਕਟ ਦੇ ਵਿੱਚ ਲੈ ਕੇ ਆਉਂਦੇ ਆ ਠੀਕ ਹੈ। ਸੋ ਹੁਣ ਆਪਣੇ ਕੋਲ ਇੱਥੇ ਅਲੱਗ-ਅਲੱਗ ਇੰਡੀਕੇਟਰਸ ਦਿੱਤੇ ਹੋਏ ਨੇ ਜਿਵੇਂ ਸਭ ਤੋਂ ਪਹਿਲਾਂ ਲਿਟਮਸ ਹੈ ठीक है। लिटमस पेपर ਕੀ ਹੁੰਦਾ ਕਿ ਅਗਰ ਆਪਣੇ ਕੋਲ ਨਿਊਟਰਲ ਸੋਲੂਸ਼ਨ ਹੈ ਤਾਂ ਉਹ ਪਰਪਲ ਕਲਰ ਦਾ ਹੋਊਗਾ ਐਸਿਡਿਕ ਸੋਲੂਸ਼ਨ ਦੇ ਵਿੱਚ ਰੈੱਡ ਕਲਰ ਦਾ ਹੋਊਗਾ ਬੇਸ ਦੇ ਵਿੱਚ ਬਲੂ ਕਲਰ ਦਾ ਹੋਊਗਾ ਠੀਕ ਹੈ। ਜਿਹੜਾ ਲਿਟਮਸ ਉਹ ਵੈਸੇ ਵੀ ਅਵੇਲੇਬਲ ਹੁੰਦਾ ਤੇ ਪੇਪਰ ਦੀ ਫਾਰਮ ਦੇ ਵਿੱਚ ਵੀ ਅਵੇਲੇਬਲ ਹੁੰਦਾ ਜਿਹਨੂੰ ਆਪਾਂ ਰੈੱਡ ਲਿਟਮਸ ਬਲੂ ਲਿਟਮਸ ਪੇਪਰ ਬੋਲਦੇ ਹਾਂ। ਜਿਹੜਾ ਐਸਿਡ ਹੈ ਉਹ ਬਲੂ ਲਿਟਮਸ ਪੇਪਰ ਨੂੰ ਰੈੱਡ 'ਚ ਕਨਵਰਟ ਕਰ ਦਿੰਦਾ ਤੇ ਬੇਸ ਹੈ ਜਿਹੜਾ ਉਹ ਰੈੱਡ ਲਿਟਮਸ ਪੇਪਰ ਨੂੰ ਬਲੂ 'ਚ ਕਨਵਰਟ ਕਰਦਾ। ਸੋ BB ਯਾਦ ਰੱਖਿਓ
ब्लू फॉर बेस, बी फॉर बेस, बी फॉर ब्लू। ओके, और तो बाद नेक्स्ट है मिथाइल ऑरेंज। न्यूट्रल सॉल्यूशन च मिथाइल ऑरेंज कलर दिंदा है, एसिडिक सॉल्यूशन च रेड दिंदा है ते बेसिक सॉल्यूशन च येलो दिंदा है। दैन फिनोल फिथैलिन न्यूट्रल सॉल्यूशन च कलरलैस हुंदा है, एसिडिक सॉल्यूशन च भी कलरलैस हुंदा है ते बेसिक सॉल्यूशन दे विच पिंक हुंदा है। ओके, और तो बाद नेक्स्ट है पीएच ऑफ एसिड एंड बेसिस। ਹੁਣ ਅਗਰ ਆਪਾਂ ਨੇ ਨਿਊਮੈਰਿਕ ਵੈਲਿਊ ਫਾਈਂਡ ਕਰਨੀ ਹੈ, ਹੁਣ ਆਪਾਂ ਨੇ ਇਹ ਤਾਂ ਪਤਾ ਕਰ ਲਿਆ ਕਿ ਜਿਹੜਾ ਸਬਸਟੈਂਸ ਦਿੱਤਾ ਹੋਇਆ ਉਹ ਐਸਿਡਿਕ ਹੈ ਜਾਂ ਬੇਸਿਕ ਹੈ। ਅਗਰ ਆਪਾਂ ਨੇ ਇਹ ਪਤਾ ਕਰਨਾ ਕਿ ਉਹ ਸਟਰੋਂਗ ਐਸਿਡ ਹੈ ਜਾਂ ਵੀਕ ਐਸਿਡ ਹੈ, ਸਟਰੋਂਗ ਬੇਸ ਹੈ ਜਾਂ ਵੀਕ ਬੇਸ ਹੈ, ਉਹ ਕਿਵੇਂ ਪਤਾ ਲਗਾਵਾਂਗੇ? ਸੋ ਉਹਦੇ ਨਾਲ ਉਹ ਆਪਾਂ ਪਤਾ ਲਗਾ ਸਕਦੇ ਹਾਂ ਪੀਐਚ ਸਕੇਲ ਦੀ ਹੈਲਪ ਦੇ ਨਾਲ। ਸੋ ਅਗਰ ਆਪਾਂ ਪੀਐਚ ਦੀ ਗੱਲ ਕਰੀਏ ਤਾਂ ਪੀਐਚ ਦੀ ਫੁੱਲ ਫਾਰਮ ਕੀ ਹੈ? ਪੋਟੈਂਸ਼ੀਅਲ ਆਫ ਹਾਈਡਰੋਜਨ। बेसिकली आप पीएच स्केल दे विच ये चीज़ नूं मैजर करते हैं। ओके, सो पीएच स्केल जिहड़ा मोस्ट कॉमन ते ट्रस्टिड वे है ये देखण दे लई कि कोई सबसटेंस कितना क एसिडिक है, कितना क बेसिक है। पीएच स्केल की जिहड़ी रेंज हुंदी है 0 to 14 हुंदी है। 0 मतलब मोस्ट एसिडिक ते 14 मतलब मोस्ट बेसिक। सो हुण आपां कुछ होर भी चीज़ां पढ़दे हां। देखो, सब तो पहला यूनीवर्सल इंडिकेटर की जिहड़ी पीएच रेंज हुंदी है 0 to 14 हुंदी है ते इहदे विच अपने कोल एसिडिटी ते बेसिसिटी दा पता लगदा है। जिहड़ा न्यूट्रल सॉल्यूशन हुंदा ओहदी किन्नी हुंदी है? पीएच 7। ओके, सो देखो अगर पीएच 7 तो घट है मतलब सॉल्यूशन एसिडिक है, ते अगर पीएच 7 तो वध है तो बेसिक है। ठीक है, जिहड़ी प्योर वाटर है, ਤੁਸੀਂ ਇੱਕ ਚੀਜ਼ ਆ ਵੀ ਯਾਦ ਰੱਖਿਓ, ਪੇਪਰ 'ਚ ਇਹਦੇ ਉੱਪਰ ਵੀ ਕੁਐਸਚਨ ਆਇਆ ਹੋਇਆ ਹੈ ਕਿ ਪੀਐਚ ਨੂੰ ਆਪਾਂ ਕਿਹੜੀ ਆਇਨਸ ਦੀ ਟਰਮ 'ਚ ਦੇਖਦੇ ਹੁੰਦੇ ਆ। ਪੀਐਚ ਇਜ਼ ਇਕੁਅਲ ਟੂ ਮਾਈਨਸ ਲੌਗ H ਪਲਸ ਆਇਨਸ। ਠੀਕ ਹੈ, ਇਹ ਯਾਦ ਰੱਖਿਓ। ਉਹ ਤੋਂ ਬਾਅਦ ਹੁਣ ਦੇਖੋ ਆਪਣੇ ਕੋਲ ਇੱਥੇ ਚਾਰਟ ਦਿੱਤਾ ਹੋਇਆ 0 to 14 ਦਾ। ਇਹਦੇ ਵਿੱਚ ਕੀ ਹੈ ਕਿ ਅਗਰ ਆਪਾਂ ਇੱਧਰ ਨੂੰ ਮੂਵ ਕਰਦੇ ਜਾਵਾਂਗੇ 7 ਤੋਂ ਤਾਂ ਹੋਰ ਐਸਿਡਿਕ ਹੋਈ ਜਾਊਗਾ, ਤੇ ਅਗਰ ਇੱਧਰ ਨੂੰ ਮੂਵ ਕਰਾਂਗੇ ਤਾਂ ਹੋਰ ਬੇਸਿਕ ਹੋਈ ਜਾਊਗਾ। ਓਕੇ, ਸੋ ਇਹ ਚੀਜ਼ ਹੈ, ਇੱਥੇ 0 ਲਿਖ ਸਕਦੇ ਹੋ। ਸੋ 0 to 14। ठीक है जी, मतलब ਜਿਹੜਾ ਆਪਣੇ ਕੋਲ 1 ਹੈ ਉਹ ਜ਼ਿਆਦਾ ਐਸਿਡਿਕ ਹੈ ਐਸ ਕੰਪੇਅਰ ਟੂ 6 ਤੇ ਜਿਹੜਾ 14 ਹੈ ਉਹ ਜ਼ਿਆਦਾ ਬੇਸਿਕ ਹੈ ਐਸ ਕੰਪੇਅਰ ਟੂ 9 ਤੇ 7 ਕੀ ਹੁੰਦਾ? ਨਿਊਟਰਲ। ਦੈਨ ਹੁਣ ਪੀਐਚ ਦੀ ਕੀ ਇੰਪੋਰਟੈਂਸ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ? ਪੀਐਚ ਸੈਂਸਿਟੀਵਿਟੀ ਆਫ ਪਲਾਂਟਸ ਐਂਡ ਐਨੀਮਲਸ। ਜਿਹੜੇ ਪਲਾਂਟਸ ਤੇ ਐਨੀਮਲਸ ਨੇ ਉਹ ਸੈਂਸਿਟਿਵ ਹੁੰਦੇ ਨੇ ਪੀਐਚ ਨੂੰ। ਉਹਨਾਂ ਦੇ ਜਿਹੜੇ ਕ੍ਰੂਸ਼ੀਅਲ ਲਾਈਫ ਪ੍ਰੋਸੈਸ ਹੈ ਜਿਵੇਂ ਡਾਈਜੈਸ਼ਨ, ਉਹਨਾਂ ਫੂਡ ਦਾ ਐਨਜ਼ਾਈਮਸ ਦੇ ਫੰਕਸ਼ਨ, ਹਾਰਮੋਨਸ ਦੇ, ਉਹ ਇੱਕ ਪਰਟੀਕੂਲਰ ਪੀਐਚ ਵੈਲਿਊ ਤੇ ਹੁੰਦੇ ਆ। ਉਹ ਤੋਂ ਬਾਅਦ ਜਿਹੜੀ ਪੀਐਚ ਹੈ ਸੋਇਲ ਦੀ, ਉਹ ਹੈਲਪ ਕਰਦੀ ਹੈ ਪਲਾਂਟਸ ਨੂੰ ਗਰੋ ਕਰਨ ਦੇ ਵਿੱਚ। ਠੀਕ ਹੈ, ਜਿਵੇਂ ਅਗਰ ਪੀਐਚ ਹੋਵੇ ਸੋਇਲ ਦੀ 6.5 to 7 ਤਾਂ ਉਹ ਮੰਨੀ ਜਾਂਦੀ ਹੈ ਕਿ ਅੱਛੀ ਸੋਇਲ ਹੈ ਪਲਾਂਟਸ ਦੀ ਗਰੋਥ ਦੇ ਲਈ। ਉਹ ਤੋਂ ਬਾਅਦ ਨੈਕਸਟ ਹੈ ਪੀਐਚ ਇਨ ਡਾਈਜੈਸਟਿਵ ਸਿਸਟਮ। ਜਿਹੜੀ ਪ੍ਰੋਸੈਸ ਹੈ ਡਾਈਜੈਸ਼ਨ ਦੀ ਉਹ ਸਪੈਸੀਫਿਕ ਪੀਐਚ ਦੇ ਉੱਪਰ ਹੁੰਦੀ ਹੈ ਆਪਣੇ ਸਟਮਕ ਦੇ ਵਿੱਚ, ਜਿਵੇਂ ਕਿ 1.5 ਤੋਂ ਲੈ ਕੇ 4। ਠੀਕ ਹੈ, ਦੈਨ ਪੀਐਚ ਇਨ ਟੂਥ ਡਿਕੇ। ਟੂਥ ਡਿਕੇ ਕਦੋਂ ਹੁੰਦੇ ਆ? ਜਦੋਂ ਟੀਥ ਹੈ ਉਹਨਾਂ ਨੂੰ ਕਾਫੀ ਜ਼ਿਆਦਾ ਐਸਿਡਿਕ ਇਨਵਾਇਰਨਮੈਂਟ ਮਿਲ ਜਾਏ, ਮਤਲਬ ਜਿਹੜੀ ਪੀਐਚ ਹੈ ਉਹ 5.5 ਤੋਂ ਨੀਚੇ ਚਲੀ ਜਾਵੇ। ਉਹ ਤੋਂ ਬਾਅਦ ਪੀਐਚ ਆਫ ਸੈਲਫ ਡਿਫੈਂਸ ਬਾਈ ਐਨੀਮਲਸ ਐਂਡ ਪਲਾਂਟਸ। ਐਸਿਡਿਕ ਸਬਸਟੈਂਸਸ ਆਰ ਯੂਜ਼ਡ ਬਾਈ ਐਨੀਮਲਸ ਪਲਾਂਟਸ ਐਜ਼ ਸੈਲਫ ਡਿਫੈਂਸ ਮੈਕੈਨਿਜ਼ਮ। ਐਨੀਮਲਸ ਤੇ ਪਲਾਂਟਸ ਐਸਿਡਿਕ ਸਬਸਟੈਂਸਸ ਨੂੰ ਯੂਜ਼ ਕਰਦੇ ਆ ਆਪਣੇ ਆਪ ਨੂੰ ਬਚਾਉਣ ਦੇ ਲਈ। ਜਿਵੇਂ ਬੀ ਤੇ ਪਲਾਂਟਸ ਹੈ ਜਿਹੜੇ, ਠੀਕ ਹੈ, ਜਿਵੇਂ ਕਿ ਨੀਟਲ ਹੋ ਗਿਆ, ਉਹ ਸੈਕਰੇਟ ਕਰਦੇ ਆ ਹਾਈਲੀ ਐਸਿਡਿਕ ਸਬਸਟੈਂਸ ਤਾਂ ਕਿ ਉਹ ਆਪਣੀ ਰੱਖਿਆ ਕਰ ਸਕਣ। ਓਕੇ, ਤੇ ਜਿਹੜੀ ਇਹ ਸਬਸਟੈਂਸਸ ਹੁੰਦੇ ਇਹਨਾਂ ਦੀ ਸਪੈਸੀਫਿਕ ਪੀਐਚ ਵੈਲਿਊ ਹੁੰਦੀ ਹੈ ਜੋ ਵੀ ਉਹ ਰਿਲੀਜ਼ ਕਰਦੇ ਆ। ਉਹ ਤੋਂ ਬਾਅਦ ਹੁਣ ਇੱਥੇ ਦੇਖੋ ਐਸਿਡ ਤੇ ਬੇਸਿਡ ਦੇ ਵਿੱਚ ਕੀ ਫਰਕ ਹੈ। ਜਿਹੜੇ ਐਸਿਡਸ ਹੁੰਦੇ ਨੇ ਉਹ ਹਾਈਡਰੋਜਨ ਆਇਨਸ ਨੂੰ ਛੱਡਦੇ ਨੇ ਜਦੋਂ ਉਹਨਾਂ ਨੂੰ ਵਾਟਰ 'ਚ ਡਿਸੋਲਵ ਕੀਤਾ ਜਾਂਦਾ ਹੈ, ਤੇ ਬੇਸਿਸ ਜਿਹੜੇ ਨੇ ਉਹ ਹਾਈਡਰੋਕਸਾਈਲ ਆਇਨ OH- ਨੂੰ ਛੱਡਦੇ ਆ ਜਦੋਂ ਵਾਟਰ 'ਚ ਉਹਨਾਂ ਨੂੰ ਡਿਸੋਲਵ ਕਰਦੇ ਆ। ਐਸਿਡ ਹੈ ਜਿਹੜਾ ਉਹ ਬਲੂ ਕਲਰ ਨੂੰ ਰੈਡ ਦੇ ਵਿੱਚ ਕਨਵਰਟ ਕਰਦਾ ਹੈ, ਮਤਲਬ ਅਗਰ ਆਪਣੇ ਕੋਲ ਬਲੂ ਕਲਰ ਦਾ ਲਿਟਮਸ ਪੇਪਰ ਹੈ ਤਾਂ ਰੈਡ 'ਚ ਕਨਵਰਟ ਹੋ ਜਾਊਗਾ ਅਗਰ ਐਸਿਡਿਕ ਸੋਲਿਊਸ਼ਨ 'ਚ ਪਾਵਾਂਗੇ। ਅਗਰ ਬੇਸਿਕ ਸੋਲਿਊਸ਼ਨ 'ਚ ਪਾਵਾਂਗੇ ਤਾਂ ਰੈਡ ਕਲਰ ਦਾ ਲਿਟਮਸ ਪੇਪਰ ਬਲੂ 'ਚ ਕਨਵਰਟ ਹੋ ਜਾਊਗਾ। ਐਸਿਡ ਦਾ ਸੋਰ ਟੇਸਟ ਹੁੰਦਾ ਹੈ, ਜਿਹੜੇ ਬੇਸਿਸ ਹੁੰਦੇ ਉਹਦਾ ਬਿਟਰ ਟੇਸਟ ਹੁੰਦਾ ਤੇ ਸੋਪੀ ਹੁੰਦੇ ਆ ਟੱਚ ਕਰਨ ਦੇ ਵਿੱਚ। ਅਗਰ ਆਪਾਂ ਐਸਿਡ ਦੀ ਗੱਲ ਕਰੀਏ ਦੀ ਪੀਐਚ ਰੇਂਜ ਹੁੰਦੀ ਹੈ 1 to 7 ਤੇ ਬੇਸ ਦੀ ਗੱਲ ਕਰੀਏ ਦੀ ਹੁੰਦੀ ਹੈ 7 to 14। ਠੀਕ ਹੈ, ਅਗਰ ਐਗਜ਼ਾਮਪਲ ਦੇਖੀਏ ਐਸਿਡ ਦੀ HCl, H2SO4 ਤੇ ਅਗਰ ਆਪਾਂ ਬੇਸਿਸ ਦੀ ਗੱਲ ਕਰੀਏ NOH, KOH। ਓਕੇ, ਸੋ ਤੋਂ ਬਾਅਦ ਨੈਕਸਟ ਦੇਖੋ ਐਸਿਡ ਬੇਸ ਦੇ ਰਿਐਕਸ਼ਨਸ। ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਮੈਟਲਸ ਨਾਲ ਦੇਖਦੇ ਹਾਂ ਐਸਿਡ ਬੇਸ ਤੇ ਰਿਐਕਸ਼ਨ। ਐਸਿਡ ਅਗਰ ਕਿਸੇ ਐਕਟਿਵ ਮੈਟਲ ਨਾਲ ਰਿਐਕਟ ਕਰੂਗਾ ਤਾਂ ਸਾਲਟ, ਹਾਈਡਰੋਜਨ ਤੇ ਹੀਟ ਦੀ ਫਾਰਮੇਸ਼ਨ ਹੋਊਗੀ। ਜਿਵੇਂ HCl ਹੈ ਉਹਨੇ ਮੈਗਨੀਸ਼ੀਅਮ ਨਾਲ ਕੀਤਾ ਜੋ ਕਿ ਇੱਕ ਮੈਟਲ ਹੈ, ਤਾਂ ਮੈਗਨੀਸ਼ੀਅਮ ਕਲੋਰਾਈਡ ਤੇ ਹਾਈਡਰੋਜਨ ਗੈਸ ਬਣੀ। ਅਗਰ ਬੇਸ ਕਿਸੇ ਮੈਟਲ ਨਾਲ ਕਰੂਗਾ ਤਾਂ ਸਾਲਟ, ਹਾਈਡਰੋਜਨ ਤੇ ਹੀਟ ਦੀ ਫਾਰਮੇਸ਼ਨ ਹੋਊਗੀ। ਹੁਣ ਇਸ 'ਚ ਕੁਐਸਚਨ ਕੀ ਆ ਸਕਦਾ ਹੈ ਕਿ ਅਗਰ ਐਸਿਡ ਜਾਂ ਬੇਸ ਜਿਹੜੇ ਨੇ ਉਹ ਕਿਸੇ ਮੈਟਲ ਦੇ ਨਾਲ ਰਿਐਕਟ ਕਰਨਗੇ ਤਾਂ ਕਿਹੜੀ ਗੈਸ ਦੀ ਫਾਰਮੇਸ਼ਨ ਹੋਊਗੀ? ਹਾਈਡਰੋਜਨ, ਯਾਦ ਰੱਖਿਓ। ਉਹ ਤੋਂ ਬਾਅਦ ਅਗਰ ਮੋਰ ਰਿਐਕਟਿਵ ਮੈਟਲ ਹੈ
ठीक है अपने कोल, तो लैस रिएक्टिव मैटल ਨੂੰ ਉਹਦੇ ਬੇਸ ਤੋਂ ਹਟਾ ਦਿੰਦਾ ਹੈ। ਨੈਕਸਟ ਹੈ ਰਿਐਕਸ਼ਨ ਆਫ ਐਸਿਡ ਵਿਦ ਮੈਟਲ ਕਾਰਬੋਨੇਟਸ ਐਂਡ ਬਾਈਕਾਰਬੋਨੇਟਸ। ਜਦੋਂ ਵੀ ਐਸਿਡ ਕਿਸੇ ਮੈਟਲ ਕਾਰਬੋਨੇਟ ਜਾਂ ਬਾਈਕਾਰਬੋਨੇਟ ਨਾਲ ਰਿਐਕਟ ਕਰੂਗਾ ਤਾਂ ਆਪਣੇ ਕੋਲ ਕਾਰਬਨ ਡਾਈਆਕਸਾਈਡ ਗੈਸ ਬਣੂਗੀ। ਇਹ ਚੀਜ਼ ਯਾਦ ਰੱਖਣੀ ਹੈ ਤੁਹਾਨੇ ਕਿ ਅਗਰ ਐਸਿਡ ਤੇ ਬੇਸ ਕਿਸੇ ਮੈਟਲ ਕਾਰਬੋਨੇਟ ਜਾਂ ਫਿਰ ਬਾਈਕਾਰਬੋਨੇਟ ਨਾਲ ਰਿਐਕਟ ਕਰੂਗਾ ਤਾਂ ਕਿਹੜੀ ਗੈਸ ਬਣੂਗੀ? ਕਾਰਬਨ ਡਾਈਆਕਸਾਈਡ। ਉਸ ਤੋਂ ਬਾਅਦ ਨੈਕਸਟ ਹੈ ਨਿਊਟਰਲਾਈਜੇਸ਼ਨ ਰਿਐਕਸ਼ਨ। ਹੁਣ ਨਿਊਟਰਲਾਈਜੇਸ਼ਨ ਰਿਐਕਸ਼ਨ 'ਚ ਆਪਾਂ ਨੇ ਪੜ੍ਹਿਆ ਹੀ ਸੀ ਕਿ ਐਸਿਡ ਤੇ ਬੇਸ ਮਿਲ ਕੇ ਕੀ ਬਣਾਉਂਦੇ ਆ? ਸਾਲਟ, ਵਾਟਰ ਤੇ ਹੀਟ। ਉਹਦੇ ਵਿੱਚ ਇੱਕ ਹੋਰ ਚੀਜ਼ ਹੈ ਕਿ ਜਦੋਂ ਆਪਣੇ ਕੋਲ ਜਿਹੜੇ ਨॉन ਮੈਟਲ ਆਕਸਾਈਡਸ ਨੇ, ਠੀਕ ਹੈ, ਉਹ ਬੇਸ ਦੇ ਨਾਲ ਰਿਐਕਟ ਕਰਦੇ ਹਨ ਤਾਂ ਵੀ ਆਪਣੇ ਕੋਲ ਸਾਲਟ, ਵਾਟਰ ਤੇ ਹੀਟ ਦੀ ਫਾਰਮੇਸ਼ਨ ਹੁੰਦੀ ਹੈ। ਉਹ ਤੋਂ ਬਾਅਦ ਨੈਕਸਟ ਹੈ ਡਾਇਲੂਸ਼ਨ। ਡਾਇਲੂਸ਼ਨ ਦਾ ਮਤਲਬ ਕੀ ਹੈ ਕਿ ਕੰਸੈਂਟ੍ਰੇਸ਼ਨ ਨੂੰ ਘਟਾਣਾ, ਠੀਕ ਹੈ, ਮੋਰ ਸੋਲਵੈਂਟ ਨੂੰ ਐਡ ਕਰਕੇ। ਯੂਜੂਅਲੀ ਆਪਾਂ ਵਾਟਰ ਨੂੰ ਐਡ ਕਰਦੇ ਹਾਂ, ਠੀਕ ਹੈ। ਜਦੋਂ ਆਪਾਂ ਡਾਇਲੂਸ਼ਨ ਕਰ ਰਹੇ ਹੁੰਦੇ ਹਾਂ ਐਸਿਡ ਦੀ ਤਾਂ ਇਹ ਕਾਫੀ ਜ਼ਿਆਦਾ ਐਕਸੋਥਰਮਿਕ ਪ੍ਰੋਸੈਸ ਹੈ, ਮਤਲਬ ਬਹੁਤ ਸਾਰੀ ਜਿਹੜੀ ਹੀਟ ਹੈ ਉਹ ਰਿਲੀਜ਼ ਹੁੰਦੀ ਹੈ। ਇੱਕ ਆਹ ਵਾਲਾ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਜਦੋਂ ਵੀ ਆਪਾਂ ਨੇ ਕਿਸੇ ਐਸਿਡ ਨੂੰ ਡਾਇਲੂਟ ਕਰਨਾ ਹੈ ਤਾਂ ਐਸਿਡ ਨੂੰ ਆਪਾਂ ਵਾਟਰ 'ਚ ਪਾਵਾਂਗੇ, ਨਾ ਕਿ ਅਦਰ ਵਿੱਚ। ਮਤਲਬ ਆਪਣੇ ਕੋਲ ਕੋਈ ਐਸਿਡ ਹੈ ਉਹਦੇ ਵਿੱਚ ਆਪਾਂ ਵਾਟਰ ਨੂੰ ਐਡ ਕਰਾਂਗੇ, ਠੀਕ ਹੈ। ਉਹਦੇ ਨਾਲ ਕੀ ਹੈ ਕਿ ਜਿਹੜੀ ਹੀਟ ਪ੍ਰੋਡਿਊਸ ਹੋ ਰਹੀ ਹੈ ਉਹ ਘੱਟ ਹੋਊਗੀ। ਅਗਰ ਤੁਸੀਂ ਉਲਟ ਕਰ ਦੋਗੇ ਨਾ, ਤੁਹਾਡੇ ਕੋਲ ਵਾਟਰ ਉਹਦੇ ਵਿੱਚ ਐਸਿਡ ਪਾ ਦੋਗੇ ਤਾਂ ਬਲਾਸਟ ਵੀ ਹੋ ਸਕਦਾ ਹੈ, ਠੀਕ ਹੈ। ਪੇਪਰ 'ਚ ਇੱਕ ਵਾਰ ਕੁਐਸਚਨ ਆਇਆ ਸੀ ਕਿ ਅਗਰ ਆਪਾਂ ਐਸਿਡ ਨੂੰ ਡਾਇਲੂਟ ਕਰਦੇ ਹਾਂ ਉਹਦੇ ਵਿੱਚ ਤਾਂ ਆਪਾਂ ਐਸਿਡ ਨੂੰ ਵਾਟਰ 'ਚ ਪਾਉਂਦੇ ਹਾਂ। ਸੋ ਨੈਕਸਟ ਆਪਣੇ ਕੋਲ ਟੌਪਿਕ ਹੈ ਡਾਇਲੂਸ਼ਨ। ਡਾਇਲੂਸ਼ਨ ਦਾ ਮਤਲਬ ਕੀ ਹੈ ਕਿ ਐਸਿਡ ਦੀ ਕੰਸੈਂਟ੍ਰੇਸ਼ਨ ਨੂੰ ਘਟਾਉਣਾ ਹੋਰ ਸੋਲਵੈਂਟ ਉਹਦੇ ਵਿੱਚ ਐਡ ਕਰਕੇ। ਸੋਲਵੈਂਟ ਯੂਜੂਅਲੀ ਆਪਾਂ ਵਾਟਰ ਐਡ ਕਰਦੇ ਹਾਂ, ਠੀਕ ਹੈ। ਹੁਣ ਕਿਵੇਂ ਆਪਾਂ ਐਸਿਡ ਨੂੰ ਡਾਇਲੂਟ ਕਰਾਂਗੇ? ਐਸਿਡ ਨੂੰ ਡਾਇਲੂਟ ਕਰਨ ਦੇ ਲਈ ਆਪਾਂ ਐਸਿਡ ਨੂੰ ਪਾਵਾਂਗੇ ਵਾਟਰ ਦੇ ਵਿੱਚ, ਠੀਕ ਹੈ। ਐਸਿਡ ਨੂੰ ਵਾਟਰ 'ਚ ਐਡ ਕਰਨਾ ਹੈ ਬਿਕੋਜ਼ ਜਦੋਂ ਆਪਾਂ ਇਹਦੀ ਡਾਇਲੂਸ਼ਨ ਕਰਦੇ ਹਾਂ ਐਸਿਡ ਦੀ ਤਾਂ ਕਾਫੀ ਜ਼ਿਆਦਾ ਹੀਟ ਰਿਲੀਜ਼ ਹੁੰਦੀ ਹੈ। ਸੋ ਅਗਰ ਤੁਸੀਂ ਐਸਿਡ ਨੂੰ ਵਾਟਰ 'ਚ ਪਾਓਗੇ ਤਾਂ ਉਹ ਹੀਟ ਹੈ ਜਿਹੜੀ ਉਹ ਕਿਤੇ ਨਾ ਕਿਤੇ ਵਾਟਰ ਐਬਜ਼ੌਰਬ ਕਰ ਲਊਗਾ, ਠੀਕ ਹੈ, ਤਾਂ ਬਲਾਸਟ ਨਹੀਂ ਹੋਊਗਾ। ਬਟ ਅਗਰ ਤੁਸੀਂ ਉਲਟ ਕਰਤਾ, ਮਤਲਬ ਐਸਿਡ ਦੇ ਵਿੱਚ ਤੁਸੀਂ ਵਾਟਰ ਪਾਤਾ ਤਾਂ ਬਲਾਸਟ ਵੀ ਹੋ ਸਕਦਾ ਹੈ। ਆਪਾਂ ਹਮੇਸ਼ਾ ਕੀ ਕਰਨਾ ਹੈ? ਵਾਟਰ ਦੇ ਵਿੱਚ ਐਸਿਡ ਪਾਣਾ ਹੈ। ਸੋ ਇੱਥੇ ਲਿਖਿਆ ਹੋਇਆ ਹੈ ਐਸਿਡ ਮਸਟ ਬੀ ਐਡਿਡ ਟੂ ਵਾਟਰ, ਨਾਟ ਦਾ ਅਦਰ ਵੇ ਰਾਉਂਡ, ਠੀਕ ਹੈ। ਜਦੋਂ ਆਪਾਂ ਨੇ ਡਾਇਲੂਟ ਕਰਨਾ ਹੈ ਵਾਟਰ ਦੇ ਵਿੱਚ ਐਸਿਡ ਨੂੰ ਪਾਣਾ ਹੈ। ਉਹ ਤੋਂ ਬਾਅਦ ਸਟਰੈਂਥ ਆਫ ਐਸਿਡ ਐਂਡ ਬੇਸ। ਦੇਖੋ ਹੁਣ ਆਪਣੇ ਕੋਲ ਸਟਰੋਂਗ ਐਸਿਡ ਹੁੰਦੇ ਆ ਤੇ ਸਟਰੋਂਗ ਬੇਸ ਹੁੰਦੇ ਆ ਤੇ ਵੀਕ ਐਸਿਡ ਹੁੰਦੇ ਆ ਤੇ ਵੀਕ ਬੇਸ ਹੁੰਦੇ ਆ। ਹੁਣ ਸਟਰੋਂਗ ਐਸਿਡ ਜਾਂ ਸਟਰੋਂਗ ਬੇਸ ਕਿਹਨੂੰ ਕਵਾਂਗੇ? ਜਦੋਂ ਸਾਰੇ ਮੋਲੀਕਿਊਲਸ ਹੈ ਕਿਸੇ ਐਸਿਡ ਜਾਂ ਬੇਸ ਦੇ ਉਹ ਡਿਸੋਸੀਏਟ ਹੋ ਜਾਂਦੇ ਨੇ ਕੰਪਲੀਟਲੀ ਵਾਟਰ ਦੇ ਵਿੱਚ ਤਾਂ ਕਿ ਉਹ H+ ਆਇਨਸ ਦੇ ਸਕਣ ਐਸਿਡ ਦੇ ਕੇਸ ਦੇ ਵਿੱਚ ਤੇ OH- ਆਇਨ ਦੇ ਸਕਣ ਬੇਸ ਦੇ ਕੇਸ ਦੇ ਵਿੱਚ। ਮਤਲਬ ਉਹ ਕੰਪਲੀਟਲੀ ਡਿਸੋਸੀਏਟ ਹੋ ਗਏ। ਵੀਕ ਐਸਿਡ ਤੇ ਵੀਕ ਬੇਸ ਕਿਹੜੇ ਹੁੰਦੇ ਨੇ? ਐਸੇ ਮੋਲੀਕਿਊਲਸ ਜਿਹੜੇ ਕਿ ਕੰਪਲੀਟਲੀ ਡਿਸੋਸੀਏਟ ਨਹੀਂ ਹੋ ਸਕਦੇ ਜਦੋਂ ਆਪਾਂ ਉਹਨਾਂ ਨੂੰ ਪਾਣੀ 'ਚ ਪਾਉਂਦੇ ਆ। H+ ਜਾਂ OH- ਜਿਹੜੇ ਆਇਨਸ ਆ ਉਹ ਪ੍ਰੋਡਿਊਸ ਹੁੰਦੇ ਨੇ ਬਟ ਕਾਫੀ ਅਮਾਉਂਟ 'ਚ ਨਹੀਂ ਹੁੰਦੇ, ਥੋੜੇ ਜਿਹੇ ਹੁੰਦੇ ਨੇ, ਠੀਕ ਹੈ। ਸੋ ਜਿਹੜਾ ਕੰਪਲੀਟਲੀ ਡਿਸੋਸੀਏਟ ਹੋ ਜੇ ਵਾਟਰ ਦੇ ਵਿੱਚ ਉਹਨੂੰ ਬੋਲਾਂਗੇ ਆਪਾਂ ਸਟਰੋਂਗ ਐਸਿਡ ਜਾਂ ਸਟਰੋਂਗ ਬੇਸ। ਉਹ ਤੋਂ ਬਾਅਦ ਡਾਇਲੂਟ ਐਸਿਡ ਹੈ ਜਿਹੜਾ ਉਹਦੇ ਵਿੱਚ ਘੱਟ ਨੰਬਰ ਆਫ H+ ਆਇਨਸ ਹੁੰਦੇ ਆ ਪਰ ਯੂਨਿਟ ਵੋਲਿਊਮ, ਕੰਸਨਟ੍ਰੇਟਿਡ ਐਸਿਡ ਦੇ ਵਿੱਚ ਜ਼ਿਆਦਾ ਹੁੰਦੇ ਨੇ, ਓਕੇ। ਉਹ ਤੋਂ ਬਾਅਦ ਹੁਣ ਆਪਾਂ ਨੈਕਸਟ ਪੜ੍ਹਦੇ ਹਾਂ ਕੁਝ ਸਾਲਟਸ ਦੇ ਬਾਰੇ। ਸਾਲਟ ਕੀ ਹੁੰਦਾ ਹੈ? ਸਾਲਟ ਕੰਬੀਨੇਸ਼ਨ ਹੁੰਦਾ ਹੈ ਐਨਾਇਨ ਦਾ ਤੇ ਕੈਟਾਇਨ ਦਾ ਬੇਸ ਤੇ, ਐਨਾਇਨ ਐਸਿਡ ਦਾ ਤੇ ਕੈਟਾਇਨ ਬੇਸ ਦਾ। ਜਿਵੇਂ ਕਿ KCl ਹੋ ਗਿਆ, ਠੀਕ ਹੈ। ਹੁਣ KCl ਦੇ ਵਿੱਚ ਕੀ ਹੈ? K+Cl-, NaNO3 ਹੋ ਗਿਆ, CSO4 ਹੋ ਗਿਆ। ਹੁਣ ਦੇਖੋ ਜਿਹੜੇ ਸਾਲਟਸ ਹੈ ਉਹ ਬੇਸਿਕਲੀ ਕਿਵੇਂ ਬਣਦੇ ਆ? ਜਦੋਂ ਐਸਿਡ ਤੇ ਬੇਸ ਦੇ ਵਿੱਚ ਨਿਊਟਰਲਾਈਜੇਸ਼ਨ ਰਿਐਕਸ਼ਨ ਹੁੰਦਾ ਹੈ। ਸੋ ਸਭ ਤੋਂ ਪਹਿਲਾਂ ਕਾਮਨ ਸਾਲਟ। ਕਾਮਨ ਸਾਲਟ ਕੀ ਬੋਲਦੇ ਆ ਆਪਾਂ? ਸੋਡੀਅਮ ਕਲੋਰਾਈਡ। ਯਾਦ ਰੱਖਿਓ ਕਿ ਕਾਮਨ ਸਾਲਟ ਦਾ ਨਾਮ ਕੀ ਹੈ? ਸੋਡੀਅਮ ਕਲੋਰਾਈਡ, ਠੀਕ ਹੈ। ਸੋਡੀਅਮ ਕਲੋਰਾਈਡ ਨੂੰ ਆਪਾਂ ਕਾਮਨ ਸਾਲਟ ਬੋਲਦੇ ਹਾਂ ਬਿਕੋਜ਼ ਇਹਨੂੰ ਪੂਰੇ ਵਰਲਡ ਦੇ ਵਿੱਚ ਕੁਕਿੰਗ ਦੇ ਲਈ ਯੂਜ਼ ਕਰਦੇ ਹਾਂ। ਉਹ ਤੋਂ ਬਾਅਦ ਆਪਣੇ ਕੋਲ ਕੁਝ ਹੋਰ ਵੀ ਸਾਲਟਸ ਹੈ ਜਿਵੇਂ KCl, LiCl ਵਗੈਰਾ, ਠੀਕ ਹੈ। ਜਿਹੜੀ ਸਾਲਟ ਹੁੰਦਾ ਜਿਹਦੇ ਵਿੱਚ ਸਟਰੋਂਗ ਐਸਿਡ ਤੇ ਸਟਰੋਂਗ ਬੇਸ ਹੈ, ਠੀਕ ਹੈ, ਉਹ ਹਮੇਸ਼ਾ ਨਿਊਟਰਲ ਹੋਊਗਾ ਨੇਚਰ ਦੇ ਵਿੱਚ ਕਿਉਂਕਿ ਸਟਰੋਂਗ ਐਸਿਡ ਤੇ ਸਟਰੋਂਗ ਬੇਸ ਇੱਕ ਦੂਜੇ ਨੂੰ ਨਿਊਟਰਲ ਕਰ ਦੇਣਗੇ। ਕੋਈ ਐਸਾ ਸਾਲਟ ਜਿਹਦੇ ਵਿੱਚ ਵੀਕ ਐਸਿਡ ਹੈ ਤੇ ਸਟਰੋਂਗ ਬੇਸ ਹੈ ਉਹ ਹਮੇਸ਼ਾ ਬੇਸਿਕ ਹੋਊਗਾ ਨੇਚਰ ਦੇ ਵਿੱਚ, ਯਾਨੀ ਕਿ ਉਹਦੀ pH 7 ਤੋਂ ਜ਼ਿਆਦਾ ਹੋਊਗੀ। ਕੋਈ ਐਸਾ ਸਾਲਟ ਜਿਹਦੇ ਵਿੱਚ ਸਟਰੋਂਗ ਐਸਿਡ ਹੈ ਤੇ ਵੀਕ ਬੇਸ ਹੈ ਉਹ ਹਮੇਸ਼ਾ ਐਸਿਡਿਕ ਹੋਊਗਾ, ਮਤਲਬ ਉਹਦੀ pH 7 ਤੋਂ ਘੱਟ ਹੋਊਗੀ। pH ਸਾਲਟ ਦੀ ਵੀਕ ਐਸਿਡ ਤੇ ਵੀਕ ਬੇਸ ਦੇ ਡਿਟਰਮਾਈਨ ਕੀਤਾ ਜਾਊਗਾ pH ਟੈਸਟ ਨੂੰ ਕੰਡਕਟ ਕਰਕੇ, ਓਕੇ। ਉਹ ਤੋਂ ਬਾਅਦ ਨੈਕਸਟ ਹੁਣ ਸੋਡੀਅਮ ਹਾਈਡਰੋਕਸਾਈਡ ਕਿਵੇਂ ਬਣਾ ਸਕਦੇ ਹੋ? ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਕਿ ਜਿਹੜਾ ਕਾਮਨ ਸਾਲਟ ਹੈ ਨਾ ਉਹਦੀ ਜਿਹੜੀ ਫਾਰਮੇਸ਼ਨ ਹੁੰਦੀ ਹੈ ਉਹ ਪ੍ਰੋਸੈਸ ਨੂੰ ਆਪਾਂ ਬ੍ਰਾਈਨ ਪ੍ਰੋਸੈਸ ਬੋਲਦੇ ਹਾਂ। ਪੇਪਰ 'ਚ ਕਈ ਵਾਰ ਕੁਐਸਚਨ ਆ ਜਾਂਦਾ ਸੋ ਯਾਦ ਰੱਖਿਓ ਬ੍ਰਾਈਨ ਪ੍ਰੋਸੈਸ। ਉਹ ਤੋਂ ਬਾਅਦ ਨੈਕਸਟ ਪ੍ਰੈਪਰੇਸ਼ਨ ਆਫ ਸੋਡੀਅਮ ਹਾਈਡਰੋਕਸਾਈਡ। ਸੋਡੀਅਮ ਹਾਈਡਰੋਕਸਾਈਡ ਦਾ ਅਗਰ ਆਪਾਂ ਫਾਰਮੂਲਾ ਦੇਖੀਏ ਤਾਂ ਕੀ ਹੁੰਦਾ? NaOH,
सोडियम हाइड्रोक्साइड। ठीक है, तो इहनूं कॉस्टिक सोडा भी बोलते हैं। पेपर च क्वेश्चन बहुत आता है कि कॉस्टिक सोडा का नाम दसो की बोलते हैं आप कैमिकली, सोडियम हाइड्रोक्साइड। ठीक है, ਇਹਦੀ ਪ੍ਰੈਪਰੇਸ਼ਨ ਜਿਹੜੀ ਪ੍ਰੋਸੈਸ ਨਾਲ ਹੁੰਦੀ ਉਹਨੂੰ ਬੋਲਦੇ ਆ ਕਲੋਰ ਅਲਕਲੀ ਪ੍ਰੋਸੈਸ। ਇਹਦੇ ਵਿੱਚ ਬੇਸਿਕਲੀ ਜਿਹੜਾ ਬ੍ਰਾਈਨ ਹੈ, ਬ੍ਰਾਈਨ ਕੀ ਹੁੰਦਾ ਕਾਮਨ ਸਾਲਟ ਦਾ ਸੋਲੂਸ਼ਨ। ਠੀਕ ਹੈ, ਸੋ ਜਿਹੜਾ ਬ੍ਰਾਈਨ ਹੈ ਉਹਨੂੰ ਆਪਾਂ ਇਲੈਕਟ੍ਰੋਲਾਈਜ਼ ਕਰਦੇ ਆ। ਐਨੋਡ ਤੇ क्लोरीन गैस रिलीज होंगी है तो कैथोड ते H2 गैस रिलीज होंगी है। सो सोडियम हाइड्रोक्साइड है जिहड़ा वो कित्थे रहिंदा सॉल्यूशन च। बस मेन तुसीं ये याद रखना है कि NaOH नूं की बोलते हैं कॉस्टिक सोडा ते इहनूं प्रिपेयर किया जाता है क्लोर अल्कली प्रोसैस दे नाल। सो नैक्सट अपने कोल ब्लीचिंग पाउडर। ब्लीचिंग पाउडर का कैमिकली फॉर्मूला की है CaOCl ट्वाइस ते इहनूं आपां की बोलते हैं कैल्शियम हाइपो क्लोराइड। बहुत इंपॉर्टेंट नाम है ਇਹਦਾ, याद रखियो पेपर च बहुत बार आ चुका। ठीक है, तो एक होर गल जो भी वाटर के नाल अपने को ब्लीचिंग पाउडर की जो आप इंटरैक्ट करते हैं तो हमेशा क्लोरीन गैस है जी वो रिलीज होंगी है, तो क्लोरीन गैस ही रिस्पोंसिबल होंगी है ब्लीचिंग एक्शन के लिए। ओके, उस तो बाद बेकिंग सोडा। बेकिंग सोडा का कैमिकल नेम क्या है सोडियम हाइड्रोजन कार्बोनेट। सो इसका फॉर्मूला की है NaHCO3। ओके, ਇਹਦੀ ਜਿਹੜੀ ਪ੍ਰੈਪਰੇਸ਼ਨ ਹੁੰਦੀ ਹੈ ਸੋਲਵੇ ਪ੍ਰੋਸੈਸ ਨਾਲ ਹੁੰਦੀ ਹੈ। ਜਿਵੇਂ ਆਪਣੇ ਕੋਲ ਲਾਈਮਸਟੋਨ ਹੈ CaCO3, ਉਹਨੂੰ ਆਪਾਂ ਨੇ ਹੀਟ ਕੀਤਾ ਤਾਂ CaO ਤੇ CO2 ਬਣ ਗਿਆ। CO ਪੜਿਆ ਸੀ ਨਾ ਕੁਇਕ ਲਾਈਮ ਬੋਲਦੇ ਆ। ਜਦੋਂ CO2 ਨੂੰ ਆਪਾਂ ਪਾਸ ਕਰਾਂਗੇ ਸੋਡੀਅਮ ਕਲੋਰਾਈਡ ਤੇ ਐਮੋਨੀਆ ਦੇ ਵਿੱਚੋਂ ਤਾਂ ਆਪਣੇ ਕੋਲ ਸੋਡੀਅਮ ਹਾਈਡਰੋਜਨ ਕਾਰਬੋਨੇਟ ਦੀ ਫਾਰਮੇਸ਼ਨ ਹੋਊਗੀ ਤੇ NH4 ਦੈਟ ਇਜ਼ ਅਮੋਨੀਅਮ ਕਲੋਰਾਈਡ ਬਣੂਗਾ। ਠੀਕ ਹੈ, ਹੁਣ ਜਿਹੜਾ ਬੇਕਿੰਗ ਸੋਡਾ ਉਹਦਾ ਯੂਜ਼ ਕਿੱਥੇ ਕੀਤਾ ਜਾਂਦਾ ਟੈਕਸਟਾਈਲ ਇੰਡਸਟਰੀ ਦੇ ਵਿੱਚ, ਪੇਪਰ ਇੰਡਸਟਰੀ ਦੇ ਵਿੱਚ ਤੇ ਐਜ਼ ਡਿਸਇਨਫੈਕਟੈਂਟ ਵੀ ਇਹਨੂੰ ਯੂਜ਼ ਕੀਤਾ ਜਾਂਦਾ। तो इत्थे तुसीं एक होर चीज़ का कैमिकल फॉर्मूला याद रखना है, वो हैगा वॉशिंग सोडा। सो अगर आप वॉशिंग सोडा की गल करिए तो इसका फॉर्मूला क्या होंदा है Na2CO3 दैट इज सोडियम डॉट 10H2O। ठीक है, पूरा ये वाला होंदा है। सो इसका नाम क्या हो गया सोडियम कार्बोनेट डेकाहाइड्रेट। सोडियम कार्बोनेट डेकाहाइड्रेट। ठीक है, इनू बेसिकली वॉशिंग परपज़ के लिए यूज़ किया जाता है। सो याद रखियो। ओके, बेकिंग सोडा नूं आपां कुकिंग के लिए भी यूज़ करते हैं। ठीक है जी, सो वॉशिंग सोडा का भी याद रखियो कि Na2CO3 10H2O नूं बोलते हैं दैट इज सोडियम कार्बोनेट डेकाहाइड्रेट। उस तो बाद नैक्सट है क्रिस्टल्स ऑफ सॉल्ट। सो देखो क्रिस्टल्स ऑफ सॉल्ट या वाटर ऑफ क्रिस्टलाइजेशन भी बोलते हैं। सो सॉल्ट्स है ना जेडे उन्हां विच क्रिस्टल्स हो जाते हैं वाटर के, ਜਿਹੜੇ ਵਾਟਰ ਦੇ ਕ੍ਰਿਸਟਲਸ ਹੁੰਦੇ ਨੇ ਬੇਸਿਕਲੀ ਇਹੀ ਉਹਨਾਂ ਨੂੰ ਕਲਰ ਪ੍ਰੋਵਾਈਡ ਕਰਦੇ ਨੇ। ਠੀਕ ਹੈ, ਉਹ ਤੋਂ ਬਾਅਦ ਨੈਕਸਟ ਹੈ ਪਲਾਸਟਰ ਆਫ ਪੈਰਿਸ। ਸੋ ਆਪਣੇ ਕੋਲ ਅਗਰ ਜਿਪਸਮ ਹੈ ਜਿਹਨੂੰ ਆਪਾਂ ਬੋਲਦੇ ਹਾਂ CaSO4 2H2O। ਠੀਕ ਹੈ, ਇਹ ਜਿਪਸਮ ਹੈ। ਜਿਪਸਮ ਨੂੰ ਅਗਰ ਆਪਾਂ 100 ਡਿਗਰੀ ਸੈਲਸੀਅਸ ਤੇ ਹੀਟ ਕਰਦੇ ਹਾਂ ਤਾਂ ਆਪਣੇ ਕੋਲ ਕੀ ਹੁੰਦਾ ਹੈ ਬੇਸਿਕਲੀ ਇਹ ਹੈ CaSO4 2H2O। ਇਹ ਕੀ ਆਪਣੇ ਕੋਲ ਜਿਪਸਮ। ठीक है, जो ਆਪਾਂ ਨੇ ਇਹਨੂੰ ਹੀਟ ਕੀਤਾ ਤਾਂ ਹੀਟ ਦੇ ਨਾਲ ਕੀ ਹੋਇਆ ਆਪਣੇ ਕੋਲ CaSO4 ਹਾਫ H2O ਬਣਿਆ ਪਲੱਸ 3/2 H2O ਬਣਿਆ। ਜਿਹੜਾ ਹੁਣ ਆ ਬਣਿਆ ਇਹਨੂੰ ਆਪਾਂ ਬੋਲਦੇ ਹਾਂ ਪਲਾਸਟਰ ਆਫ ਪੈਰਿਸ। ठीक है, सो CaSO4 हाफ H2O प्लास्टर ऑफ पेरिस है। CaSO4 हाफ H2O मीनस 2 फॉर्मूला यूनिट है ਜਿਹੜੇ CaSO4 ਦੇ ਉਹ ਮੋਲੀਕਿਊਲ ਇੱਕ ਵਾਟਰ ਦਾ ਸ਼ੇਅਰ ਕਰ ਰਹੇ ਨੇ। ਸੋ ਪਲਾਸਟਰ ਆਫ ਪੈਰਿਸ ਨੂੰ ਆਪਾਂ ਕਾਹਦੇ ਲਈ ਯੂਜ਼ ਕਰਦੇ ਹਾਂ ਹੀਲ ਕਰਨ ਦੇ ਲਈ ਫ੍ਰੈਕਚਰਸ ਵਗੈਰਾ ਨੂੰ। ਠੀਕ ਹੈ, ਤੇ ਇਹਨੂੰ ਤੁਸੀਂ ਘਰਾਂ 'ਚ ਵੀ ਦੇਖਿਆ ਹੋਊਗਾ POP ਜਿਹੜੀ ਕੀਤੀ ਹੁੰਦੀ ਉਹਦੇ ਵਿੱਚ ਵੀ ਪਲਾਸਟਰ ਆਫ ਪੈਰਿਸ ਦਾ ਯੂਜ਼ ਕੀਤਾ ਹੁੰਦਾ ਹੈ। ਸੋ ਯਾਦ ਰੱਖਿਓ ਜਿਹੜਾ ਜਿਪਸਮ ਹੁੰਦਾ ਉਹ ਕੀ ਹੁੰਦਾ CaSO4 2H2O ਤੇ ਪਲਾਸਟਰ ਆਫ ਪੈਰਿਸ ਹੁੰਦਾ CaSO4 ਹਾਫ H2O। ਸੋ ਦੇਖੋ ਜਿਹੜਾ ਆਪਣੇ ਕੋਲ ਜਿਪਸਮ ਹੈ ਉਹਦਾ ਕੈਮੀਕਲੀ ਨੇਮ ਕੀ ਹੋਊਗਾ ਕੈਲਸ਼ੀਅਮ सल्फेट डिहाइड्रेट। ठीक है, जिहड़ा प्लास्टर ऑफ पेरिस है इहदा क्या होगा कैल्शियम सल्फेट हेमीहाइड्रेट। हाफ है ना वाटर, हेमीहाइड्रेट सॉरी। ओके,
ਉਹ ਤੋਂ ਬਾਅਦ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਕਿਹੜੀ ਚੀਜ਼ ਦੇ ਵਿੱਚ ਕਿਹੜਾ ਐਸਿਡ ਹੁੰਦਾ ਹੈ। ਜਿਵੇਂ ਆਪਾਂ ਔਰੇਂਜ ਤੇ ਲੈਮਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਿਟ੍ਰਿਕ ਐਸਿਡ ਹੁੰਦਾ ਹੈ, ਠੀਕ ਹੈ, ਜਾਂ ਫਿਰ ਐਸਕੋਰਬਿਕ ਐਸਿਡ। ਐਸਕੋਰਬਿਕ ਐਸਿਡ ਆਪਾਂ ਵਿਟਾਮਿਨ ਸੀ ਨੂੰ ਵੀ ਬੋਲਦੇ ਹਾਂ। ਓਕੇ, ਉਹ ਤੋਂ ਬਾਅਦ ਐਪਲ ਦੇ ਵਿੱਚ ਮੈਲਿਕ ਐਸਿਡ ਹੁੰਦਾ ਹੈ। ਇਮਲੀ ਜਿਹੜੀ ਹੁੰਦੀ ਹੈ ਟੈਮਾਰਿੰਡ ਜਾਂ ਗ੍ਰੇਪ, ਇਹਦੇ ਵਿੱਚ ਟਾਟਾਰਿਕ ਐਸਿਡ ਹੁੰਦਾ ਹੈ। ਵੈਨੇਗਰ ਦੇ ਵਿੱਚ ਐਸੀਟਿਕ ਐਸਿਡ, ਕਰਡ ਦੇ ਵਿੱਚ ਲੈਕਟਿਕ ਐਸਿਡ, ਟੋਮੈਟੋ ਦੇ ਵਿੱਚ ਆਕਜ਼ੈਲਿਕ ਐਸਿਡ, ਗੈਸਟ੍ਰਿਕ ਜੂਸ ਦੇ ਵਿੱਚ ਹਾਈਡਰੋਕਲੋਰਿਕ ਐਸਿਡ, ਟੀ ਦੇ ਵਿੱਚ ਟੈਨਿਕ ਐਸਿਡ, ਰੈੱਡ ਆਂਟਸ ਜਿਹੜੀ ਸਟਿੰਗ ਹੁੰਦੀ ਉਹਦੇ ਵਿੱਚ ਹੁੰਦਾ ਫਾਰਮਿਕ ਐਸਿਡ। ਸੋ ਇਹ ਕਾਫੀ ਇੰਪੋਰਟੈਂਟ ਹੈ, ਯਾਦ ਰੱਖਿਓ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ ਯੂਜ਼ਸ ਆਫ ਐਸਿਡਸ ਐਂਡ ਬੇਸਿਸ। ਸੋ ਐਸਿਡ ਤੇ ਬੇਸਿਸ ਦਾ ਕਾਫੀ ਸਾਰਾ ਯੂਜ਼ ਕੀਤਾ ਜਾਂਦਾ ਹੈ। ਜਿਵੇਂ ਅਗਰ ਆਪਾਂ ਗੱਲ ਕਰੀਏ ਵਿਨੇਗਰ, ਜੋ ਕਿ ਐਸਿਡਿਕ ਐਸਿਡ ਦਾ ਡਾਇਲੂਟ ਸੋਲਿਊਸ਼ਨ ਹੈ, ਉਹਨੂੰ ਆਪਾਂ ਕਾਫੀ ਹਾਊਸ ਹੋਲਡ ਐਪਲੀਕੇਸ਼ਨ ਦੇ ਵਿੱਚ ਯੂਜ਼ ਕਰਦੇ ਹਾਂ ਤੇ ਇਹਨੂੰ ਐਜ਼ ਅ ਫੂਡ ਪ੍ਰੀਜ਼ਰਵੇਟਿਵ ਵੀ ਯੂਜ਼ ਕੀਤਾ ਜਾਂਦਾ ਹੈ। ਸਿਟ੍ਰਿਕ ਐਸਿਡ ਹੈ ਜਿਹੜਾ ਇੰਪੋਰਟੈਂਟ ਪਾਰਟ ਹੈ ਲੈਮਨ ਜੂਸ, ਔਰੇਂਜ ਜੂਸ ਦਾ, ਤੇ ਇਹਨੂੰ ਆਪਾਂ ਫੂਡ ਦੀ ਪ੍ਰੀਜ਼ਰਵੇਸ਼ਨ ਲਈ ਯੂਜ਼ ਕਰ ਸਕਦੇ ਹਾਂ। ਸਲਫਿਊਰਿਕ ਐਸਿਡ ਨੂੰ ਬੈਟਰੀਜ਼ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ, ਬੈਟਰੀਜ਼ ਨੂੰ ਯੂਜ਼ ਕਰਦੇ ਹਾਂ ਫਰਦਰ ਆਪਾਂ ਆਟੋਮੋਬਾਈਲ ਦੇ ਜਿਹੜੇ ਇੰਜਨਸ ਹੈ ਉਹਨਾਂ ਨੂੰ ਸਟਾਰਟ ਕਰਨ ਦੇ ਲਈ। ਓਕੇ, ਉਹ ਤੋਂ ਬਾਅਦ ਇੰਡਸਟਰੀਅਲ ਪ੍ਰੋਡਕਸ਼ਨ ਆਫ ਐਕਸਪਲੋਸਿਵ ਡਾਈਜ਼, ਪੇਂਟ, ਫਰਟੀਲਾਈਜ਼ਰ, ਇਹਦੇ ਵਿੱਚ ਸਲਫਿਊਰਿਕ ਐਸਿਡ ਤੇ ਨਾਈਟ੍ਰਿਕ ਐਸਿਡ ਦਾ ਯੂਜ਼ ਕੀਤਾ ਜਾਂਦਾ ਹੈ। ਦੈਨ ਫਾਸਫੋਰਿਕ ਐਸਿਡ ਦਾ ਯੂਜ਼ ਕੀਤਾ ਜਾਂਦਾ ਹੈ ਸੌਫਟ ਡਰਿੰਕਸ ਨੂੰ ਬਣਾਉਣ ਦੇ ਲਈ। ਉਹ ਤੋਂ ਬਾਅਦ ਨੈਕਸਟ ਹੈ ਬੇਸਿਸ। ਬੇਸਿਸ ਦਾ ਯੂਜ਼ ਕੀਤਾ ਜਾਂਦਾ ਹੈ ਸੋਪ ਤੇ ਪੇਪਰ ਨੂੰ ਜਦੋਂ ਆਪਾਂ ਨੇ ਬਣਾਉਣਾ ਹੈ, ਠੀਕ ਹੈ, ਉਹਦੇ ਵਿੱਚ ਸੋਡੀਅਮ ਹਾਈਡਰੋਕਸਾਈਡ ਦਾ ਯੂਜ਼ ਕਰਦੇ ਹਾਂ ਸੋਪ ਤੇ ਪੇਪਰ ਦੀ ਮੈਨੂਫੈਕਚਰਿੰਗ ਦੇ ਲਈ। ਤੇ NaOH ਦਾ ਯੂਜ਼ ਕਰਦੇ ਹਾਂ ਰੇਯੋਨ ਨੂੰ ਜਦੋਂ ਆਪਾਂ ਬਣਾਉਂਦੇ ਹਾਂ। COH ਟਵਾਈਸ ਜਿਹਨੂੰ ਆਪਾਂ ਸਲੇਕਡ ਲਾਈਮ ਜਾਂ ਕੈਲਸ਼ੀਅਮ ਹਾਈਡਰੋਕਸਾਈਡ ਬੋਲਦੇ ਹਾਂ, ਉਹਨੂੰ ਐਜ਼ ਅ ਬਲੀਚਿੰਗ ਪਾਊਡਰ ਦੀ ਫਾਰਮੇਸ਼ਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਓਕੇ, ਉਹ ਤੋਂ ਬਾਅਦ ਹੈ ਮੈਗਨੀਸ਼ੀਅਮ ਹਾਈਡਰੋਕਸਾਈਡ, ਜਿਹਨੂੰ ਮਿਲਕ ਆਫ ਮੈਗਨੀਸ਼ੀਆ ਬੋਲਦੇ ਆ, ਉਹਨੂੰ ਐਜ਼ ਏ ਲੈਗਜ਼ੇਟਿਵ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ, ਮਤਲਬ ਇਹ ਐਸਿਡਿਟੀ ਅਗਰ ਹੋਈ ਹੋਵੇ ਸਟਮਕ ਦੇ ਵਿੱਚ ਤਾਂ ਉਹਨੂੰ ਘਟਾ ਦਿੰਦਾ ਹੈ। ਸੋ ਇਹਨੂੰ ਆਪਾਂ ਐਂਟੈਸਿਡ ਵੀ ਯੂਜ਼ ਕਰਦੇ ਹਾਂ। ਓਕੇ, ਉਹ ਤੋਂ ਬਾਅਦ ਨੈਕਸਟ ਐਮੋਨੀਅਮ ਹਾਈਡਰੋਕਸਾਈਡ ਹੈ, ਇਹਨੂੰ ਲੈਬੋਰਟਰੀਜ਼ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਉਹ ਤੋਂ ਬਾਅਦ ਸੋਇਲ ਦੀ ਐਸਿਡਿਟੀ ਨੂੰ ਅਗਰ ਆਪਾਂ ਨੇ ਘਟਾਉਣਾ ਹੈ ਤਾਂ ਉਹਨੂੰ ਆਪਾਂ ਸਲੇਕਡ ਲਾਈਮ ਦੀ ਹੈਲਪ ਨਾਲ ਘਟਾ ਸਕਦੇ ਹਾਂ, ਠੀਕ ਹੈ ਜੀ। ਸੋ ਦੈਟਸ ਆਲ ਫॉर ਟੂਡੇ। ਬਾਕੀ ਇਹਦੇ ਵਿੱਚ ਇੱਕ ਸੋਪ ਡਿਟਰਜੈਂਟ ਵਾਲਾ ਟੌਪਿਕ ਹੈ ਜਿਹੜਾ ਉਹ ਰਹਿ ਗਿਆ, ਉਹ ਆਪਾਂ ਨੈਕਸਟ ਲੈਕਚਰ 'ਚ ਡਿਸਕਸ ਕਰਾਂਗੇ। ਓਕੇ, ਉਹ ਕਾਫੀ ਇੰਪੋਰਟੈਂਟ ਟੌਪਿਕ ਹੈ। ਸੋ ਇਹ ਵਾਲੇ ਲੈਕਚਰ ਨੂੰ ਇੱਥੇ ਹੀ ਖਤਮ ਕਰਦੇ ਹਾਂ। ਸੋ ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ।